JRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਕੇ 40 ਮਿੰਟ ਹੋਏ ਹੈ ਤੇ 13 ਦਸੰਬਰ ਹੈ ਵਰਾ 2021 ਦਾ ਸੋਮਵਾਰ ਹੈ। 28 ਮੱਘਰ ਨਾਨਕ ਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਖ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਕਈ ਵਿਸ਼ੇ ਨੇ ਜਿਨ੍ਹਾਂ 'ਚ ਦੋ ਵਿਸ਼ੇ ਮੇਨ ਨੇ। ਇੱਕ ਤਾਂ ਲੋਕਲ ਸਾਡਾ ਵਿਸ਼ਾ ਜਿਹੜਾ ਮੇਰਾ ਡਗ ਮੁਕੱਲਮ ਹੋਣਾ ਨੂੰ ਚਾਰਜ ਕਰਨ ਦੀ ਗੱਲ, ਉਹਦੇ ਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਮੈਂ। ਅਗਲੀ ਗੱਲ ਕਰਨੀ ਹੈ ਕਿ ਅੰਤਰਰਾਸ਼ਟਰੀ ਮਹਾਜ ਤੋਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਪਿਛਲੇ ਦਿਨੀ ਅਬੂ ਧਾਬੀ ਜਾ ਕੇ ਆਇਆ। ਅਬੂ ਧਾਬੀ ਦੇ ਵਿੱਚ ਉਸਦਾ ਮੁਹੰਮਦ ਬਿਨ ਜ਼ਾਇਦ ਦੇ ਨਾਲ ਮਿਲਣਾ ਤੇ ਇਹਦੇ ਅਰਥ ਕੀ ਨੇ, ਈਰਾਨ ਦੇ ਬਾਰੇ ਕਹਾਣੀ ਕੀ ਹੈ, ਜਿਹੜਾ ਨਫਤਾਲੀ ਹੈ ਬੈਨਟ ਇਹ ਕੀ ਕਰ ਰਿਹਾ ਹੈ, ਉਸ ਖਿੱਤੇ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀਆਂ, ਤੇ ਈਰਾਨ ਨੂੰ ਘੇਰਨ ਦੀ ਕਿੱਡੀ ਕਹਾਣੀ ਜਿਹੜੀ ਇਜ਼ਰਾਈਲ ਕਰ ਰਿਹਾ ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇੜੇ ਨਹੀਂ ਲਾ ਰਹੀ ਗੱਲ। ਪਿਛਲਾ ਜਿਹੜਾ ਟੂਰ ਸੀ ਨਫਤਾਲੀ ਦਾ ਬਾਈਡਨ ਨਾਲ, ਉਹਦੀ ਗੱਲਬਾਤ ਜੇ ਕਿਤੇ ਦੇਖੋ ਪਾ ਕੇ YouTube ਤੇ ਨਫਤਾਲੀ ਬਾਈਡਨ ਮੀਟਿੰਗ ਕੁਛ ਦੇਖਿਓ, ਉਹ ਗੱਲ ਕਿਵੇਂ ਕਰਦਾ ਬੰਦਾ। ਉਹਦਾ ਕਾਰਨ ਕੀ ਹੈ ਕਿ ਪਾਵਰਫੁਲ ਨੇਸ਼ਨ ਜਿਹੜੀਆਂ ਨੇ, ਕੌਮਾਂ ਨੇ ਜਿਨ੍ਹਾਂ ਦਾ ਆਧਾਰ ਹੈ ਦੁਨੀਆ ਦੇ ਵਿੱਚ, ਜਿਹੜੇ ਇਕਨੋਮੀ ਰਨ ਕਰਦੀਆਂ, ਜਿਹਦੀਆਂ ਸੂਈਆਂ ਏਜੰਸੀਆਂ ਬਹੁਤ ਸਟਰੋਂਗ ਨੇ, ਜਿੱਥੇ ਮਰਜ਼ੀ ਨਾਗ ਵੱਲ ਪਾ ਕੇ ਬਹਿ ਸਕਦੀਆਂ, ਉਹ ਇਸ ਤਰ੍ਹਾਂ ਹੀ ਗੱਲ ਚੱਲਦੀ ਹੈ। ਅੱਜ ਆਪਾਂ ਉਸ ਖਿੱਤੇ ਨੂੰ ਥੋੜਾ ਜਿਹਾ ਉੱਥੇ ਦੀ ਗੱਲਬਾਤ ਵੇਖਾਂਗੇ, ਕਰਾਂਗੇ, ਤੇ ਤੁਸੀਂ ਵੀ ਸ਼ਾਮਲ ਹੋਣਾ। 1844 247 1550 184424715550 ਕਲਰਾਂ 'ਚ ਨੱਚਦੀਆਂ ਨਾਗਾਂ ਦੀਆਂ ਜੋੜੀਆਂ ਨੂੰ ਕੀਲ ਕੇ ਪਟਾਰੀ ਵਿੱਚ ਪਾ ਦੇਵੇ। ਰਾਂਝਿਆਂ ਦੇ ਦੇਸ਼ ਦਾ ਕੋਈ ਹੋਵੇ ਉਹ ਸ਼ਵੀਲੜਾ ਜੋ ਵੰਝਲੀ ਨਾ ਪੀਰਾਂ ਨੂੰ ਬੁਲਾ ਦੇਵੇ। ਰਾਹ ਉਹਦੇ ਪਿੰਡ ਦਾ ਧਰੂ ਕੋਲੋਂ ਪੁੱਛੀ ਜਾਵੇ, ਪੁੱਛਦੀ ਨਜੂਮੀਆਂ ਤੋਂ ਨਾਮ ਨਹੀਂ। ਅੱਖਾਂ ਵਿੱਚ ਅੱਖਾਂ ਪਾ ਕੇ ਨਿੰਮੇ ਨਿੰਮੇ ਹਾਸੇ ਜਿਹੜਾ ਸਾਡੀ ਮੁਸਕਾਨ ਨਾ ਬਟਾ ਦੇਵੇ। ਤਾਂਬੇ ਰੰਗੀ ਧੁੱਪ ਉਹਦੇ ਪਿੰਡ ਦੀ ਨਿਆਈ ਹੋਵੇ, ਮੁਖੜਾ ਤਰੇਲ ਚੋਂ ਨਿਹਾਰਦੀ। ਜਿਹਦੇ ਟੌਰੇ ਸਾਡੀ ਸੰਗ ਨਾਲ ਉੱਚੇ ਹੋਣ, ਰੱਬ ਸੁਪਨੇ ਦੇ ਵਿੱਚ ਹੀ ਮਿਲਾ ਦੇਵੇ। ਕਲਰਾਂ 'ਚ ਨੱਚਦੀਆਂ ਜੋੜੀਆਂ ਨੂੰ, ਕਲਰਾਂ 'ਚ ਨੱਚਦੀਆਂ ਨਾਗਾਂ ਦੀਆਂ ਜੋੜੀਆਂ ਨੂੰ ਕੀਲ ਕੇ ਪਟਾਰੀ ਵਿੱਚ ਪਾ ਦੇਵੇ। ਸੱਜਣਾ ਦੇ ਹਾਸਿਆਂ ਦੇ ਬੂਟੀ ਨੂੰ ਰੁਮਾਲ ਉੱਤੇ ਕੱਢਾ ਬੈਠ ਚਾਨਣੀ ਦੀ ਸ਼ਾਮ ਮੈਂ, ਨਜ਼ਰ ਨਾ ਲਾ ਦੇਵੇ ਕੈਦੋਂ ਕੋਈ ਐਵੇਂ ਭੈੜਾ, ਸੰਗਾਂ ਨਾਲ ਜੱਗ ਤੋਂ ਲੁਕੋਵਾਂ ਮੈਂ। ਚਾਂਦੀ ਜਿਹੇ ਹਾਸੇ ਆਪੇ ਫੁੱਟ ਫੁੱਟ ਦੱਸੀ ਜਾਂਦੇ, ਅੱਖਾਂ ਵਿੱਚ ਲੁਕੀਆਂ ਕਹਾਣੀਆਂ। ਦੂਰ ਕਿਤੇ ਵਸਦੇ ਦਾ ਅੰਬਰਾਂ ਨੂੰ ਤੱਕ ਤੱਕ ਤਾਰਿਆਂ ਤੋਂ ਪੁੱਛਾਂ ਸਿਰਨਾਮਾ ਮੈਂ। ਕੁੜੀਆਂ ਦੇ ਸੁਪਨੇ ਵੀ ਗੁੱਡੀਆਂ ਪਟੋਲਿਆਂ ਦੇ ਵਾਂਗ ਜਾਂਦੇ ਛੇਤੀ ਹੱਥੋਂ ਛੁੱਟ ਨੇ। ਕਦੇ ਮੈਂ ਖਿਆਲਾਂ ਵਿੱਚ ਨਕਸ਼ ਉਲੀਕਾਂ, ਕਦੇ ਨਿੱਕੀ ਜਿਹੀ ਜਿੰਦ ਘਬਰਾ ਜਵੇ। ਕਲਰਾਂ 'ਚ ਨੱਚਦੀਆਂ ਨਾਗਾਂ ਦੀਆਂ ਜੋੜੀਆਂ ਨੂੰ ਕੀਲ ਕੇ ਪਟਾਰੀ ਵਿੱਚ ਪਾ ਦੇਵੇ। ਰੀਝਾਂ ਦੀਆਂ ਪੀਂਘਾਂ ਸੱਤ ਰੰਗੀਆਂ ਦੇ ਝੂਟਿਆਂ ਨੂੰ ਥੰਮ ਜਾਂਦੀਆਂ ਅਣਖਾਂ ਦੀ ਪਾਣ ਜੀ। ਪੱਗ ਅਤੇ ਰੱਖੜੀ ਦੇ ਧਾਗਿਆਂ ਦਾ ਧੀਆਂ ਹੱਥ ਕਹਿੰਦੇ ਨੇ ਸਿਆਣੇ ਹੁੰਦੇ ਮਾਣ ਜੀ। ਹਵਾ ਦੇ ਬੁੱਲਿਆਂ ਤੇ ਲਗਰਾਂ ਨਾ ਖਹਿਣਾ ਹੁੰਦਾ, ਕਰਨੀਆਂ ਹੁੰਦੀਆਂ ਸ਼ਰਾਰਤਾਂ। ਗਲੀਆਂ ਦੇ ਕੱਖ ਕੰਨ ਲੱਗਦੇ ਗੁਲਾਬ ਜਦੋਂ ਹਾਣੀ ਨੂੰ ਪਿਆਰਾ ਹੋ ਜੇ ਹਾਣ ਜੀ। ਸਿਰ ਦਾ ਦੁਪੱਟਾ ਅੱਖਾਂ ਮੇਰੀਆਂ ਨੂੰ ਘੂਰੇ ਕਹਿੰਦਾ, ਕੁੜੀਆਂ ਦਾ ਗਹਿਣਾ ਹੁੰਦੀ ਸੰਗ ਨਹੀਂ। ਉਹਦੇ ਪਿੰਡ ਪੈਂਦਾ ਕਹਿੰਦੇ ਸੱਧਰਾਂ ਨੂੰ ਬੂਰ, ਬਾਬਾ ਲੇਖ ਦਾਊ ਮਾਜਰਾ ਮਿਲਾ ਦੇਵੇ। ਕਲਰਾਂ 'ਚ ਨੱਚਦੀਆਂ ਨਾਗਾਂ ਦੀਆਂ ਜੋੜੀਆਂ ਨੂੰ ਕੀਲ ਕੇ ਪਟਾਰੀ ਵਿੱਚ ਪਾ ਦੇਵੇ। ਰਾਂਝਿਆਂ ਦੇ ਦੇਸ਼ ਦਾ ਕੋਈ ਹੋਵੇ ਉਹ ਸ਼ਵੀਲੜਾ ਜੋ ਵੰਝਲੀ ਨਾ ਪੀਰਾਂ ਨੂੰ ਬੁਲਾ ਦੇਵੇ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ 12:45 ਹੋ ਗਏ ਜੀ, ਤੇ ਸਾਰਿਆਂ ਦਾ ਧੰਨਵਾਦ। ਹਫ਼ਤੇ ਤੋਂ ਬਾਅਦ ਆਪਾਂ ਪਹਿਲਾ ਸ਼ੋਅ ਆਪਣਾ ਹੋ ਰਿਹਾ, ਤੇ ਕੱਲ ਇੱਕ ਵੱਡਾ ਇਕੱਠ ਗ੍ਰੈਂਡ ਤਾਜ ਦੇ ਵਿੱਚ ਐਬਸਫੋਰਡ ਦੇ ਜਿਹੜੇ ਹੜ੍ਹ ਪੀੜਤ ਨੇ, ਉਹਨਾਂ ਨੇ ਸਭਾ ਸੁਸਾਇਟੀਆਂ ਨਾਲ ਰਲ ਕੇ ਕੀਤਾ, ਸਾਰੀਆਂ ਧਾਰਮਿਕ ਸੁਸਾਇਟੀਆਂ ਨਾਲ। ਗੱਲ ਸਰਕਾਰਾਂ ਆਪਣੇ ਤੌਰ ਤੇ
ਕੰਮ ਕਰ ਰਹੀਆਂ ਨੇ, ਜਿਵੇਂ ਉਹ ਦੱਸਦੇ ਨੇ, ਜਿਹੜਾ ਉਹਨਾਂ ਦੀ ਜਿਹੜੀ ਰੇਸ ਆ, ਜਿੰਨੀ ਕੁ ਉਹਨਾਂ ਦੀ ਚਾਲ ਆ ਉਹਦੇ ਹਿਸਾਬ ਨਾਲ। ਪਰ ਦਬਿਸ਼ ਬਣਾ ਕੇ ਰੱਖਣ ਦੇ ਲਈ ਕਮਿਊਨਿਟੀ ਵੀ, ਭਾਈਚਾਰਾ ਵੀ ਆਪਣੇ ਤੌਰ ਤੇ ਲੱਗਿਆ ਹੋਇਆ। ਕਾਰਨ ਇੱਕ ਹੈ ਕਿ ਆਮ ਲੰਘਦਿਆਂ ਨੂੰ, ਕੋਲ ਦੀ ਲੰਘਦਿਆਂ ਨੂੰ ਦੁੱਖ ਦਿਖਦਾ ਤਾਂ ਜ਼ਰੂਰ ਹੁੰਦਾ, ਪਰ ਜਿਹਨੂੰ ਸਿੱਧੇ ਦੁੱਖ ਨੇ ਮੱਥਾ ਲਾਇਆ ਹੋਵੇ ਉਹਦੀ ਸੋਚਣੀ ਦਾ ਤੇ ਸਾਡੀ ਸੋਚਣੀ ਦਾ ਫਰਕ ਹੈ। ਪਹਾੜੀ ਕਿਕਰਾਂ ਦੇ ਝਾਫਿਆਂ 'ਚ ਫਸਾਈ ਹੋਵੇ ਬਾਂਹ, ਨਾ ਅੱਗੇ ਨੂੰ ਨਾ ਪਿੱਛੇ ਨੂੰ, ਆਪਾਂ ਲੰਘੇ ਜਾਂਦਾ, ਅਗਲਾ ਤੁਰਿਆ ਜਾਂਦਾ, ਕਹਿੰਦਾ ਉਈਓ ਬੈਠਾ ਹੋਊ। ਬੈਠਾ ਨਹੀਂ ਹੁੰਦਾ, ਪਤਾ ਹੁੰਦਾ ਵੀ ਪੁੱਠੀਆਂ ਸੂਲਾਂ ਨੇ, ਜਿੱਧਰ ਨੂੰ ਹੱਥ ਘੁਮਾਇਆ ਹੁਣ ਛਿੱਲ ਦੇਣੀਆਂ, ਪੱਛ ਦੇਣੀ। ਪਰ ਗੱਲ ਇਹ ਹੈ, ਉਹ ਕਹਿੰਦੇ ਥੱਲੇ ਨੂੰ ਵੇਖ ਕੇ ਜੀਵਿਆ ਜਾਂਦਾ। ਵਰਸ ਕਿੰਨਾ ਹੋ ਸਕਦਾ ਸੀ ਜੇ ਚੱਕਰਵਾਤ ਨੂੰ ਵੇਖਣਾ ਹੋਵੇ। ਅਮਰੀਕਾ ਵਾਲੇ ਪਾਸੇ ਸੁੱਤੇ ਪਏ ਲੋਕ ਇਉਂ ਚੱਕ ਤੇ ਜਦ ਉੱਪਰੋਂ ਨਿਗਾਹ ਖੁੱਲੀ, ਛੱਤ ਹੈ 64 ਦੇ ਕਰੀਬ ਬੰਦੇ ਮਰ ਗਏ, ਤੇ ਜਮਾਂ ਹੀ ਜਿਵੇਂ ਨਾ ਕੂੜੇ ਦਾ ਢੇਰ ਹੁੰਦਾ, ਇਉਂ ਘਰ ਤੇ ਕਾਰਾਂ ਤੇ SUV ਖੜੇ ਦਿਖਦੇ ਨੇ ਵੀ ਜਿੱਥੇ ਕੁਛ ਹੈ ਹੀ ਨਹੀਂ ਸੀ। ਜਿਵੇਂ ਕੰਬਾਈਨ ਫਿਰਨ ਤੋਂ ਬਾਅਦ ਪਿੱਛੇ ਫੂਸ ਜਿਹੜਾ ਰਹਿ ਜਾਂਦਾ ਤੇ ਉਸ ਨੂੰ ਲਾਣ ਨੂੰ, ਜਿਹਨੂੰ ਅੱਗਾਂ ਆਪਾਂ ਲਾਉਣਾ, ਦੇਖ ਲਓ ਕੀ ਹੁੰਦਾ। ਇਸ ਤਰ੍ਹਾਂ ਹੀ ਮਤਲਬ 350 ਕਿਲੋਮੀਟਰ ਤੱਕ ਸਾਫ਼ ਹੀ ਕਰਦਾ ਗਿਆ। ਜੀਆਂ ਦੀ ਸੁੱਖ ਚਾਹੀਦੀ ਹੈ, ਉਹ ਗੁਰੂ ਕਿਰਪਾ ਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ। ਜਿਹੜਾ ਇਹ ਨੁਕਸਾਨ ਹੋਇਆ, ਇਹ ਜਿਹੜਾ ਇਹ ਠੀਕ ਹੋ, ਇਹਦੇ 'ਚ ਕੋਈ ਮੁਸ਼ਕਲ ਨਹੀਂ। ਬਹੁਤ ਵਧੀਆ ਆਪਾਂ ਦੇਸ਼ 'ਚ ਬੈਠੇ ਹਾਂ, ਇਹਦਾ ਕੋਈ ਹੀਲਾ ਹੋ ਜੂ। ਤੇ ਹਰ ਮੁਸ਼ਕਲ ਜਿਹੜੀ ਹੈ ਉਹ ਬਹੁਤ ਹੈ। ਜਦ ਘਰ ਬਾਰ ਉੱਪਰੋਂ ਠੰਡ ਆ ਰਹੀ ਹੈ, ਕਿਤੇ ਇੱਧਰ ਉੱਧਰ ਰਹਿਣਾ ਸੌਖਾ ਨਹੀਂ ਹੈ, ਬਹੁਤ ਔਖਾ। ਡਾਢੇ ਦੇ ਅੱਗੇ ਜ਼ੋਰ ਕੋਈ ਨਹੀਂ। ਜਿਹੜਾ ਕੁਛ ਹੋਇਆ ਉਹਨੂੰ ਝੱਲਣਾ ਤਾਂ ਪੈਣਾ ਹੀ ਹੈ। ਹੁਣ ਮੈਂ ਕੋਈ ਇੱਕ ਜਾਂ ਦੋ ਜਣੇ ਵਾਤਾਵਰਨ ਦੇ ਪ੍ਰੇਮੀ ਨੇ, ਉਹ ਬਾਕੀ ਅਜਾੜੇ ਨੂੰ ਲੱਗੇ ਹੋਏ ਨੇ। ਹੁਣ ਕਰਨਾ ਕੀ ਹੈ, ਇਹਦਾ ਹੋਊ ਕੀ? ਸਭ ਤੋਂ ਵੱਡੀ ਗੱਲ ਜਿਹੜੀ ਇਹ ਮੇਅਰ ਬਰਾਊਨ ਨੇ ਕਹੀ ਹੈ, ਤੇ ਜੇ ਤੁਸੀਂ ਦੇਖੋ ਵੀ ਆਲੇ ਦੁਆਲੇ ਆ ਫਰੇਜ਼ਰ ਜੇ ਕਿਤੇ ਚੜ ਕੇ ਆ ਗਿਆ ਤੇ ਫਰੇਜ਼ਰ ਇੱਧਰ ਨੂੰ ਟੁੱਟ ਗਿਆ ਤਾਂ ਬਣਨਾ ਕੀ ਹੈ? ਨਾਲ ਨਾਲ ਵਸੇ ਹੋਏ ਆ ਤੇ ਪਾਣੀ ਤਾਂ ਨੇੜੇ ਉੱਪਰ ਦੀ ਵਗਦਾ ਹੁੰਦਾ, ਜਦ ਆ ਜਾਵੇ ਬਰਫ਼ ਪਿਘਲ ਜਾਵੇ ਛੇਤੀ। ਤੋ ਇਹ ਆਪਣੇ ਵੱਲੋਂ ਜਿਹਦਾ ਜਿੱਥੇ ਜ਼ੋਰ ਹੈ, ਗੱਲ ਚਲਾਈ ਰੱਖੋ, ਗੱਲ ਹੁੰਦੀ ਰਹੇ। ਤੇ ਇਹਦੇ ਵਿੱਚੋਂ ਇਸ ਤਰ੍ਹਾਂ ਦੀ ਹੈ ਵੀ ਚੁੱਪ ਹੋ ਜੂ, ਗੱਲ ਤਾਂ ਨਿਕਲੂਗੀ। ਤੇ ਇਸ ਨੂੰ ਉਹ ਸਰਕਾਰਾਂ ਮੰਨਣਗੀਆਂ। ਸਰਕਾਰਾਂ ਕੱਚੇ ਪੈਰੀ ਉਹਨੂੰ ਹੱਥ ਨਹੀਂ ਪਾਉਣਾ ਚਾਹੁੰਦੀਆਂ। ਉਹ ਤਾਂ ਨਹੀਂ ਪਾਉਣਾ ਚਾਹੁੰਦੀਆਂ ਵੀ ਕੱਲ ਨੂੰ ਕੋਈ ਬਾਅਦ ਘਾਟ ਹੋ ਜਾਵੇ, ਅਸੀਂ ਆਪਣੇ ਵੱਲੋਂ ਵਧੀਆ ਕਰ ਦਈਏ ਤੇ ਅੱਗੇੋਂ ਪਸੰਦ ਨਾ ਹੋਵੇ। ਇਹਦੇ ਲਈ ਇੱਕ ਸਾਰੇ ਸੁਣਨ ਵਾਲਿਆਂ ਨੂੰ ਅੱਗੇ ਦਾ ਮੈਂ ਉਦੋਂ ਦਾ ਹੀ ਜਿਹੜਾ ਕਹਿ ਰਿਹਾ ਕਿ ਇੰਸ਼ੋਰੈਂਸ ਦੀਆਂ ਪਾਲਿਸੀਜ਼ ਆਪਣੀਆਂ ਚੈੱਕ ਕਰੋ ਜ਼ਰੂਰ, ਤੇ ਘਰ ਦਾ ਡਰੇਨੇਜ ਸਿਸਟਮ ਉਹਨੂੰ ਜ਼ਰੂਰ, ਫਲੈਟ ਰੂਫ ਵਗੈਰਾ ਨੇ ਜਿਨ੍ਹਾਂ ਦੀਆਂ ਛੱਤਾਂ ਪਾਣੀ ਪੂਣੀ ਨਾਲ ਉੱਪਰ ਖੜੇ, ਤੇ ਸਟੋਰਮ ਜਿੱਥੋਂ ਨਿਕਲਦਾ ਮੀਂਹ ਦਾ ਪਾਣੀ, ਉਹਦੇ ਤੇ ਨਿਗਾਹ ਜ਼ਰੂਰ ਰੱਖੇ। ਤੇ ਜਦ ਹੁਣ ਸ਼ੁਰੂ ਦੇ ਵਿੱਚ ਲੋਕਾਂ ਪੱਟਣ ਵਾਲੇ ਜਾਂ ਥੱਲਿਓਂ ਸਰਵਿਸਾਂ ਵਗੈਰਾ ਪੈਂਦੀਆਂ ਨੇ, ਉਹਦੇ ਤੇ ਵੀ ਨਿਗਾਹ ਰੱਖੋ। ਛੁੱਟੀ ਕਰ ਲਓ ਇੱਕ ਦਿਨ, ਦੇਖ ਲਓ ਵੀ ਸਵਾਰ ਕੇ ਪਈਆਂ ਨੇ, ਉਹਦੇ ਰਾਹੀਂ ਹੋਈ ਸਾਰਾ ਕੁਛ ਹੋਣਾ। ਇਹ ਗੱਲਾਂ ਕਹਿਣੀਆਂ ਬੜੀਆਂ ਸੋਹਣੀਆਂ ਲੱਗਦੀਆਂ, ਤੁਸੀਂ ਪੜ੍ਹ ਪੜ੍ਹ ਕੇ ਕਿਤਾਬਾਂ ਤੋਂ ਬੋਲੀ ਚਲੋ, ਪਰ ਉਹਦੀ ਡਿਊਟੀ ਜਦ ਦੇਣੀ ਪੈਣੀ ਹੈ ਪਤਾ ਤਾਂ ਜਦ ਲੱਗਣ। ਇਹ ਹੁਣ ਆਪਣਾ ਇਹ ਅੱਜ ਦੀ ਗੱਲ ਨਹੀਂ, ਇਹਦੇ ਵਿੱਚ ਵੀ ਉਹ ਆਪਾਂ ਜਿਉਣਾ। ਹੁਣ ਤੁਸੀਂ ਦੇਖੋ ਕੱਲ ਕਿੱਦਾਂ ਤੇ ਪਰਸੋਂ ਕਿਹੋ ਜਿਹਾ ਮੀਂਹ ਪੈਂਦਾ, ਕੱਲ ਨੂੰ ਸਨੋ ਕਹੀ ਜਾਂਦਾ, ਸਾਰਾ ਪੈਟਰਨ ਨੇ ਜਿਹੜਾ ਉਹ ਵਿਗੜਿਆ ਹੋਇਆ। ਅਮਰੀਕਾ 'ਚ ਚੱਕਰਵਾਤ ਪਹਿਲਾਂ ਵੀ ਆਉਂਦੇ ਆ, ਪਰ ਇਸ ਤਰ੍ਹਾਂ ਨਹੀਂ ਆਉਂਦਾ। ਹਿਸਟਰੀ 'ਚ ਪਹਿਲੀ ਵਾਰ ਹੋਇਆ। ਮੁੜੁੱਛ ਕੇ ਰੱਖ ਤੇ ਮੁੜੁੱਛ ਚੱਕ ਕੇ
छत्तां पता ही नहीं किधर उड़ाती। हुण समा है भी आपां अपनी सवारी समान दा निगाह मारिया। 12:54 होया जी। अगली गल जिहड़ी तुहाडे नाल मैं होर करनी है वो ये है कि तुहानूं पता है भी डॉक्टर नैसर सी एक यूएस जिमनास्ट दे नाल जिसने जिहड़ियां कुड़ियां जिमनास्ट करदियां सी जिमनास्टिक करदियां सी उन्हां नाल बड़ी खुआरी करता रहा। 58 वरियां दी हुण उहदी उम्र है ते केस यह कुड़ियां जित्तियां 380 मिलियन की सैटलमेंट हुई है। ते उधर जिहदा जिहड़ा इन्ना पावरफुल सी इन्ना ताकतवर सी यह डॉक्टर नासर ते जिहड़ा सट्टां कुड़ियां दे लगदियां उन्हां दा यह डॉक्टर सी ते मिशिगन स्टेट यूनिवर्सिटी दे विच ये पढ़ाउंदा रहा ते यूएस जिमनास्टिक्स दे नाल इन्हां दी संधि सी। स्पोर्ट्स मैडिसन डॉक्टर सी। इन्हें जुल्म किया ते वरियां वधी यह इन्हां जवाकड़ियां नूं जिहड़ा ओह खोखिंज करता रहा। 24 के करीब पीड़तां अगे आ गई। एक दिन भांडा टुट गया तिड़क गया बस। 175 साल की सजा बोली है। पुत पा भंगड़ा हुण एक लत्त ते अंदर जे यामैन आलियां दे नाल किते बंद करता उन्हां दी बैरक च कर लदे इह जिहे नूं उन्हां नाल ही जिहड़ियां ओह पहिलां पवाउंदे आ फिर ओह अड्ड है। ते हुण इन्हां पीड़तां लई 380 मिलियन जिहड़ी है ओह राहत दे पैसा धेला इन्हां नूं मिलना जिहदे विच सिमोन वाइल्स जिहड़ी है वह भी है ते एली रैज़मैन है मिकेला मैरोनी है हाई प्रोफाइल जिहड़ियां जिमनास्ट सी ते यूएस जिमनास्टिक्स नूं गल निकलदी रही गल दबदे रहे। ताकतवर इन्ना सी झाकण नहीं सी दिंदा किसी नूं अपने वल ते मेन डॉक्टर 18 साल रहा ते बस जिस दिन सब तो पहला रेचल डेन हॉलैंडर वो सब तो पहला आई 2016 तो कहती भी इन्हें जुल्म किया। बस फिर जब हवा नूं अग पैंदी है फिर लटालट बढ़ती है। अगे भी उही होया जब गल ना तुरे जिस दिन तुर पी कहते ने भी जो जा तुसी करना उह जा कुछ ना विधान है इनू नहीं तुसी नहीं कर सकते। इस तरह नहीं तुसी कर सकते कि तुसी करके लंघ जाएगा सुके सुके। ये नहीं गल होंदी। कोई भी है मर्द स्त्री मर्द नहीं इंसान के रूप दे विच किसे कारण तिंगोजोरी करनी है। एक नहीं मैं गल कहना किसे पास्यों भी तिंगोजोरी करनी है ते ओहदा हिसाब जिहड़ा ओह देना पैना कुछ भी होवे। ये नहीं भी तुसी शरीरक तौर पर छेड़छाड़ नहीं जो किसे पास्यों भी तुसी मानसिक तौर पर किसी नूं जिहड़ा ओह लूंजता जां फिर तुसी पैसे ढिल ते किसी नाल ठगी मार गए तो इत्थे ही देना पैना। वो कहना हिसाब किताब करके जाना पैना ते होना भी इउं ही चाहिदा। या साडे वाले जिहड़े जद पाठ पूठ दे जां भोग पैंदे हुंदे ने लड़ लाउण दीआं अरदासां जद असीं करदे ने सानूं साडे बंदिआं नूं पता होना चाहिदा भी किहनूं लड़ लाउंदे हो। जब कहने ना गुरमुख जन्म सवार दरगाह चलिया वो दरगाह दुर्गा वाली नहीं कहानी बंदे दी जिहड़ी जूदे जी अखां ने वेख्या भी अरदास भी होनी चाहिए। एवें नहीं खिच के हरेक नूं चल दरगाह तोरीए। जे किसी ने जिहो जिहा कर्म कीते ने उहदे हिसाब दे नाल ओह उहनूं
नहीं कि मरमी जी जीव नाल कहना चाहिए भी चल ठीक है जिहड़ा कुछ हो गया इवें ही होना चाहिए। होर खबर तुहानूं मैं सुणावां मॉन्ट्रियल दी। साडे देश दे विच अमरीका दे विच तां सानूं पता भी किवें लिया के रूट्स नाम दे नावल दे विच हैली ने किवें दस्सिया भी ओहदे कुंता जिहड़ा ओहदा बड़ा सी बजुर्ग ओहनूं किवें फा के लियाए हौली दे के शिप किवें पानी जंगलों के हौली दे के शिप खड़ा लेंदे ते सवेरे फिर फड़ लेंदे जाल सिट सिट के बन्ने बनाया नूं लै आउंदे। फिर उन्होंने मंडी लगती जिवें बकरे इकट्ठे करके बिठाए होंगे लौट बिकनिया इस तरह वो बिकते रहे। ते सामने इतिहास ते मार्टिन लूथर किंग जूनियर ते रोजा ते हुण दी गल्लां आ 20वीं सदी दी। साडे जिहड़ा मॉन्ट्रियल दे क्वेबेक दे विच स्याह रंग दी जिहड़ी कम्यूनिटी है जां नोवा स्कोशिया पिछले दिनी एक नोवा स्कोशिया पुलिस वालों भी ये गल उन्हां दे भी सर्वे होया सी भी धक्के नाल रोक दे। 2017 दे विच मॉन्ट्रियल तो बाहरले बन्ने एक छोटे जे शहर दे विच मुंडा कार दे विच मलक स्प्लाउडिंग स्मिथ ओहदा नाम सी 20 वरियां दा सी। कार दे विच घरों जाके परां जाके सिगरट पी रहा सी किसी तरह मूहरे खड़ा। हुण ओहनूं भी स्याह रंग दा बंदा मेरे तरह मूहरे खड़ा वो आके कहना भी तू गड्डी मूव कर ते मैं ठीक है मैं चले जाना बड़ी जी सिगरट मैं नवेड़ दूंगा तो जाना। वो घरे पीना नहीं सी चाहुंदा मापिਆਂ ਨੂੰ पता नहीं सी भी ये सिगरट पींदा। घरे आ गया ते नॉक होया तां दरवाजा खड़काया बाहर जब दरवाजा उन्हें खोलिया 12 स्क्वाड कार्स बाहर 9 अफसर पिस्टल हाई प्रोफाइल गन असॉल्ट राइफल सीधियां उहदे बन फड़ लिया चल जेल च 9 घंटे। होया कि हुण क्वेबेक ह्यूमन राइट्स कमीशन ने इस पर गलबात की है ते कहा भी $60,000 मापिਆਂ ਨੂੰ ते इस मुंडे ਨੂੰ दिओ। होया कुछ नहीं बस जिन्हां ने जिहदे दरामू दे खड़ा सी ने झल्लिया नहीं भी ये काले रंग का मुंडा सिगरट मेरे गोरे रंग के सामने पींदा आ सैकुलर बिल भी उहदे चों निकलिया होया। इहनूं हुण कोई भी राजनीतिक बंदा पिछले दिन ही हिजाब लहाता उन्हें एक टीचर का कहने कड्डो बाहर। कोई भी राजनीतिक बंदा नहीं बोलता किसी भी पोलीटिकल पार्टी। फिर जरा यह जा कुछ देखते हैं फिर लगता भी यार केड़े कनेडा की गल करते हैं राजनीतिक बंदे खास तौर पर माइनॉरिटीज दे विचों जिहड़े जगमीत सिंह वर्गे जिहड़े एक नैशनल पार्टी के हैड ने ते मेज ते धक्का वजदा क्यों नहीं होना कारण की है हुण किहड़ी तंगी है भी क्वेबेक दे विचों वोटां नहीं बने क्वेबेक वालिआं दा ਉਹ भी नहीं वोटां पाउणीआं किन्नियां पाउणगे ਉਹ नहीं पाउणीआं उन्हां ने। पर इतिहास च चीज़ां लिखियां जाणीआं भी घट गिणती दे विचों कोई नैशनल पार्टी का लीडर सी ते वो सवार के गल नहीं कर सकिया। गुण 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 सारे करते हैं उत्थे कुछ कह आउंदे ने मॉन्ट्रियल तो बाहर निकले कुछ कह दिंदे ट्रूडो भी नहीं कहता कोई नहीं कहता। नवी गल याद आ गई सच ट्रूडो ते ओ एक गल विचली रह गई मैनूं सुनेहा आया सी ट्रकां वालिआं दा जद ऐशलैंड की पहाड़ी चढ़ के उतर जाने वीड का एरिया शास्ता लेक का एरिया उत्थों हरनेक सिंह मान उन्होंने कहा भी बहुत स्लिपरी I-5 थे जिहड़े सुनते हैं संभल के जाओ दिखती नहीं बर्फ पर साबण को तिलकदा जांदा ट्रक संभल के चले थोड़ा जा फिर मुड़ा पिछे नूं 60,000 ट्रूडो तो गल याद आ गई $60,000 जिहड़ा वो मिलिया इस परिवार नूं। मतलब हुण वो सैकुलर बिल दे थल्ले जिहड़े क्वेबेक दे विच क्वेबेक पार्टियां दे विच जां क्वेबेक दी राजनीति जो उन्होंने तो वो पहले ही कहते असीं कनेडा दे नाल यार असीं तुसीं रहना ही। देखो दोनों ही धाड़ भी है एक फ्रांस चों आ गए एक इंग्लैंड चों आ गए
ਉਹ ਦੋਨਾਂ ਨੇ ਹੀ ਇੱਥੇ ਦੇ ਜਿਹੜੇ ਮੂਲ ਵਾਸੀ ਸੀ ਉਹ ਨੱਪੇ ਹੋਇਆ। ਚੱਲ ਰੈਜ਼ੀਡੈਂਸ਼ੀਅਲ ਸਕੂਲਾਂ, ਚੱਲ ਸਕੂਪ 60 ਤੱਕ, ਚੱਲ ਬੁਰੇ ਹਾਲ ਹਾਈਵੇ ਆਫ ਟੀਅਰਸ, ਬਲਾ ਬਲਾ ਬਲਾ, ਤੇ ਜ਼ਮੀਨਾਂ ਤੁਹਾਡੀਆਂ, ਮਾਲਕ ਅਸੀਂ ਇਸ ਦੇ ਵਿੱਚ ਬਣਾਵਾਂਗੇ, ਅਸੀਂ ਇਹ ਤੋਂ ਕਰਾਂਗੇ। ਇਹਨਾਂ ਦੇ ਵਿੱਚੋਂ ਗਾਹਾਂ ਵੰਡੀਆਂ ਪਾ ਲਈਆਂ ਉਹਨਾਂ ਨੇ, ਜਿਵੇਂ ਆਪਣੇ ਪਿੰਡਾਂ ਦੇ ਵਿੱਚੋਂ ਇੱਕ ਦੋ ਲਾਣੇ DC ਦੇ ਜਾਣ ਲੱਗ ਜਾਂਦੇ ਨੇ, ਫਿਰ ਨਾਲ ਦੇ ਪਿੰਡ ਦੇ ਵਿੱਚੋਂ ਇੱਕ ਦੇ ਚੰਡੀਗੜ੍ਹ ਸੱਤਰੀ ਪੈਂਦੀ ਆ, ਉਹ ਪਿੰਡ ਵਾਲਿਆਂ ਨੂੰ ਟਿਕਣੇ ਨਹੀਂ ਦਿੰਦੇ। ਉਹ 100 ਘਰ ਉਹਦੇ ਸਰਦਾਰ ਦੇ ਸਵੇਰੇ ਇਕੱਠਾ ਹੁੰਦਾ ਚਾਹ ਪੀਣ, ਦੇਗੇ ਉੱਬਲਦੇ ਨੇ ਚਾਹ ਦੇ, ਲਿਆਓ ਚਾਹ ਰਾਮੂ, ਸਰਦਾਰੋ ਕਰਵਾਓ ਜੀ। ਉਹ ਫਿਰ ਕਹੋ ਤੁਸੀਂ ਆ ਲਓ, ਕਹਿੰਦੇ ਆ ਕਰਦੇ ਆ, ਚੱਲ ਨਾਲ ਮੈਂ ਚੰਡੀਗੜ੍ਹ ਨੂੰ ਚੱਲਿਆ, ਨਾਲ ਹੀ ਚੱਲ। ਹੁਣ ਉਹ ਵਿਚਾਰਾ ਦਿਹਾੜੀ, ਉਹਨੇ ਤਾਂ ਹਰਾ ਵੱਢ ਕੇ ਲਿਆਉਣਾ, ਤੇ ਉਹਦੇ ਨਾਲ ਜਦੋਂ ਕੱਪੜੇ ਬਦਲ ਲੈਂਦਾ ਘਰੇ ਆ ਕੇ, ਘਰ ਵਾਲੀ ਕਹਿੰਦੀ ਕਿੱਥੇ ਜਾਣਾ, ਕਹਿੰਦਾ ਚੰਡੀਗੜ੍ਹ ਲਿਜਾਂਦਾ ਨਾਲ ਸਰਦਾਰ। ਚੰਡੀਗੜ੍ਹ ਤਾਂ ਬਹੁਤ ਦੂਰ ਹੈ, ਬਸ ਉਹ ਕਹਿੰਦਾ ਕਾਰ 'ਚ ਬਹਿ ਜਾ ਨਾਲ, ਉਹੀ ਲੱਦ ਲੈਣਾ ਨਾਲ, ਕੋਈ ਇੱਕ ਅੱਧਾ ਗੱਲਾਂ ਕਰਨ ਵਾਲਾ ਹੁੰਦਾ, ਗੱਲਾਂ ਸੁਣਨ ਨੂੰ ਵਿੱਚ ਬਿਠਾ ਲੈਣਾ। ਉਹ ਗੱਡੀ 'ਚ ਬੈਠੇ ਬਾਹਰਲਿਆਂ ਮੇਜ਼ਾਂ ਤੋਂ ਹੀ, ਟੇਬਲਾਂ ਤੋਂ ਹੀ, ਬੈਂਚਾਂ ਤੋਂ ਹੀ ਮੁੜੇ ਆਉਂਦੇ ਆ ਗਰੀਬ। ਫਿਰ ਚੱਲਾਂਗੇ, ਸਰਦਾਰ ਮਿਲਿਆ ਨਹੀਂ ਅੰਦਰ, ਉਹ ਉਹਨੂੰ ਸਰਦਾਰ ਕਹੀ ਜਾਂਦਾ, ਉਹਨੂੰ ਸਰਦਾਰ ਕਹੀ ਜਾਂਦਾ। ਇਸੇ ਤਰ੍ਹਾਂ ਹੀ ਇਹਨਾਂ ਨੇ ਜਦ ਜਿਨ੍ਹਾਂ ਦੇ ਆ ਕੇ ਜਿਹੜੀ ਦਬਸ਼ਮਾਰੀ, ਜਿਨ੍ਹਾਂ ਦਾ ਸਾਰਾ ਕੁਝ ਲੁੱਟਿਆ, ਉਹਨਾਂ ਚੋਂ ਕੁਛ ਕੁ ਕੱਢ ਲਏ, ਕੁਛ ਚੀਫ ਬਣਾ ਕੇ ਔਟਵਾ ਲੈ ਗਏ ਕਈਆਂ ਨੂੰ, ਕਈਆਂ ਨੇ ਮਾਲਾਂ ਮੂਲਾਂ ਦੀਆਂ ਬਣਾ ਲੀਆਂ, ਉਹ ਅਮੀਰ ਬਣਾ ਲਏ। ਉਹ ਫਿਰ ਡੁਗਡੁਗੀ ਦੇਤੀ ਉਹਨਾਂ ਨੂੰ। ਜਦੋਂ ਕਹਿੰਦੇ ਵੀ ਸਾਡਾ ਬਹੁਤ ਬੁਰਾ ਹਾਲ ਹੈ, ਗਰੀਬ ਕਹਿੰਦਾ ਨਾ ਨਾ ਕੋਈ ਬੁਰਾ ਹਾਲ ਨਹੀਂ, ਸਭ ਠੀਕ ਹੈ, ਅਸੀਂ ਕੋਈ ਤੰਗੀ ਨਹੀਂ ਹੈ ਸਾਨੂੰ। ਆਹ ਰੌਲਾ ਪੈਂਦਾ। ਜਿਹੜੇ ਦੇਸ਼ ਦੇ ਵਿੱਚ ਇੱਕ ਸੜਕ ਦਾ ਨਾਂ ਹੋਵੇ, ਹੰਝੂਆਂ ਵਾਲੀ ਸੜਕ, ਜਿੱਥੋਂ ਚੱਕ ਚੱਕ ਕੇ 19-20 ਸਾਲ ਦੀਆਂ ਕੁੜੀਆਂ ਖਪਾਤੀਆਂ, ਉਸ ਦੇਸ਼ ਦੇ ਵਿੱਚ ਜਾਂ ਉਸ ਸੂਬੇ ਦੇ ਵਿੱਚ ਕਿਹੜੀ ਗੱਲ ਕਰਦੇ ਆ ਰੈਜ਼ੀਡੈਂਸ਼ੀਅਲ ਸਕੂਲਾਂ ਦੀ? ਤੇ ਜੇ ਸਕੂਪ 60 ਤਾਂ ਹੁਣ ਦੀ ਗੱਲ ਹੈ, 1960 ਨੂੰ ਕਿਉਂ ਰੋਣਾ? ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚੋਂ ਅਨਮਾਰਕਡ ਗ੍ਰੇਵ ਜਾਂ ਕਬਰਾਂ ਜਿਹੜੀਆਂ ਨਿਕਲ ਜਾਣੀਆਂ ਨੇ, ਬਸ ਡਰੋਨ ਆ ਗਿਆ ਜੀ, ਆਹ ਕਰਤਾ ਜੀ, ਇਹ ਤਾਂ ਮੁਆਵਜ਼ਾ ਦੇ ਦੇਣਗੇ 100 ਮਿਲੀਅਨ। ਕਿਹਦੇ 'ਚ ਮੁਆਵਜ਼ਾ ਦੇਣਾ? ਜ਼ਮੀਨ ਹੈ ਉਹਨਾਂ ਦੀ ਹੈ, ਸਭ ਕੁਛ ਉਹਨਾਂ ਦਾ। ਉਹ ਰੋਲ ਤੇ ਚੜੇ ਮਹੀਨੇ $1200-1500 ਦੇ ਵਿੱਚ, ਨਾਲ ਉਹਨਾਂ ਨੂੰ ਚਮਲਾ ਦਿੰਦੇ ਨੇ। ਉਹ ਇਹ ਤਾਂ ਫਿਰ ਬਹੁਤ, ਜਿਹਨੂੰ ਇਹ ਕਾਰਵਿੰਗ ਬਹੁਤ ਵਧੀਆ ਕਰਦੇ ਆ, ਲੱਕੜ ਦਾ ਕੰਮ ਬਹੁਤ ਵਧੀਆ ਕਰਦੇ ਆ, ਇਹ ਟੋਟਮ ਪੋਲ ਬਹੁਤ ਵਧੀਆ ਬਣਾਇਆ। ਮੀਟ ਇਹਨਾਂ ਵਰਗਾ ਨਹੀਂ ਸਮੋਕ ਕਰਨਾ ਆਉਂਦਾ ਕਿਸੇ। ਲੈ ਚੱਲ ਕਰੀ ਚਲੋ ਮੀਟ ਸਮੋਕ, ਉਤੋਂ ਅਸੀਂ ਬਿਲਕੁਲ ਹੀ ਟੈਕਸ ਨਹੀਂ ਲੈਂਦੇ, ਸਿਗਰਟਾਂ ਤੇ ਤੁਹਾਡੇ ਟੈਕਸ ਨਹੀਂ ਲੈਂਦੇ, ਸ਼ਰਾਬ ਤੋਂ ਟੈਕਸ ਨਹੀਂ ਲੈਂਦੇ, ਫਿਰ ਫਰਕ ਕੋਈ ਨਜ਼ਾਰੇ ਲਓ। ਜਿਨ੍ਹਾਂ ਦਾ ਸਾਰਾ ਕੁਝ ਹੀ ਆ, ਉਹਨਾਂ ਨੂੰ ਕਹਿੰਦਾ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਕੇ ਕਹਿੰਦੀ ਕਿ ਕੋਈ ਨਾ ਤੁਹਾਡੇ ਵੀ 2 ਪਰੌਂਠੇ ਲਾ ਦਿਆ ਕਰੂੰ ਇੱਥੇ ਚੁੱਲ੍ਹੇ ਤੇ, ਮੈਂ ਉਰੇ ਹੀ ਰਹਿਣੀ ਆ। ਸੋ ਇਹ ਹੁਣ ਉਸ ਕੰਟਰੀ ਦੇ ਵਿੱਚ, ਉੱਥੋਂ ਮਾਈਨੋਰਟੀਜ਼ ਦੇ ਵਿੱਚ ਬੈਠੇ ਬੰਦੇ ਅੱਜ ਨਾ ਸੈਕੂਲਰ ਬਿੱਲ ਤੇ ਬੋਲੇ, ਕਦ ਬੋਲਣਗੇ ਇਹ? ਕੀ ਤੁਸੀਂ ਰੰਗ ਰੂਪ ਨੂੰ ਕਰੋਗੇ, ਕੀ ਪਹਿਰਾਵੇ ਨੂੰ ਕਰਾਂਗੇ ਜੇ ਤੁਸੀਂ ਆਪਣੇ ਧਰਮ ਦੇ ਪਾਏ ਪੂਰਨਿਆਂ ਤੇ ਨਹੀਂ ਚੱਲ? ਇੱਕ ਡਬਲ ਡਿਊਟੀ ਹੁੰਦੀ ਹੈ। ਜੇ ਤੁਸੀਂ ਉਸ ਕੌਮ ਦੇ ਵਿੱਚ ਪੈਦਾ ਹੋ ਜਿਹਦੇ ਪਹਿਲੇ ਸਾਹਿਬ ਨੇ ਦੁਨੀਆ ਨੂੰ ਸੋਧਣ ਦੇ ਲਈ, ਦੁਨੀਆ ਵਿੱਚ ਜਾਣ ਦੇ ਲਈ, ਨਾਲ ਦਾ ਇੱਕ ਬੰਦਾ ਮੁਸਲਮਾਨ ਲੈ ਕੇ, ਕੋਲੋਂ ਰਵਾਬ ਦੇ ਕੇ, ਤੇ ਜਾ ਕੇ ਸਮਝਾਇਆ ਲੋਕਾਂ ਨੂੰ, ਉਹ ਬੰਦੇ ਬਣੋ ਤੁਸੀਂ, ਆਹ ਕੀ ਕਰਨ ਲੱਗੇ ਹੈ? ਉਸ ਕੌਮ ਦੇ ਵਿੱਚੋਂ ਜੇ ਕੋਈ ਪੋਲੀਟੀਕਲ ਲੀਡਰ ਬਣੇ, ਉਹਦੀ ਡਬਲ ਡਿਊਟੀ ਹੈ ਸੱਜਣ, ਉਹਨਾਂ ਦੀ ਡਬਲ ਡਿਊਟੀ ਸੀ। ਅਨੀਤਾ ਆਨੰਦ ਤੋਂ ਪਹਿਲਾਂ ਅੱਜ ਉਹ ਮਾਫੀਆ ਮੰਗਦੀ ਹੈ ਜੀ, ਅਸੀਂ ਜਿਹੜੇ ਵਿਕਟਮ ਨੇ ਉਹਨਾਂ ਤੋਂ ਮਾਫੀ ਮੰਗਦੇ, ਕਿਹਦੇ ਤੋਂ? ਇਦੋਂ ਪਹਿਲਾਂ ਖੜਕਣੀਆਂ ਚਾਹੀਦੀਆਂ ਸੀ ਤਾਰਾਂ। ਹੁਣ ਵੀ ਕੇਸ ਗਏ ਹੀ ਨੇ, ਹੁਣ ਕਿਤੇ ਸਪੈਸ਼ਲ ਜਿਹੜੀ ਪਾਵਰ ਆ ਗਈ ਅਨੀਤਾ ਆਨੰਦ ਕੋਲ, ਕੀ ਹੋ ਗਿਆ? ਉਹ ਵੀ ਕੈਬਨਿਟ ਮਿਨਿਸਟਰ ਸੀ। ਉਹੀ ਸਾਊ ਜੇ ਬਣ ਕੇ ਤੁਸੀਂ ਫਿਰੀ ਜਾਣਾ, ਉਹ 'ਚ ਕੱਢਣਾ ਤੁਹਾਡੀ ਡਿਊਟੀ ਕੋਈ ਨਹੀਂ ਸੀ ਬਣਦੀ। ਤੁਸੀਂ ਕੌਮ ਨੂੰ ਕਿਹੜੀਆਂ ਜਗ੍ਹਾ ਤੇ ਲੈ ਕੇ ਜਾ ਸਕਦੇ ਸੀ, ਜਿੱਥੇ ਕਹੇ ਨਾ ਨਾ ਅਸੀਂ ਨਾਲ ਸੁਨੇਹਾ ਹੁੰਦਾ, ਨਾਲ ਸਲੋਗਨ ਹੁੰਦਾ, ਜਦ ਕਰੇ ਨੋ ਵੀ ਮੈਂ ਵਿਦ ਡਿਊ ਰਿਸਪੈਕਟ, ਪਰ ਮੈਂ ਤਾਂ ਸਾਰਿਆਂ ਦਾ ਸਾਂਝਾ ਮਿਨਿਸਟਰ ਆ, ਪਰ ਜਿਹੜੀ ਨੇਸ਼ਨ 'ਚ ਮੈਂ ਬੌਰਨ ਹੋਇਆ, ਉੱਥੇ ਦੇ ਸਾਡੇ ਪਹਿਲੇ ਗੁਰੂ ਨੇ, ਸਾਡੇ ਪਹਿਲੇ ਪ੍ਰੋਫਟ ਨੇ ਆਹ ਗੱਲ ਕਹੀ ਸੀ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਹੈ। ਬਰਾਬਰਤਾ ਦੀ ਗੱਲ ਇਸਤਰੀਆਂ ਦੇ, ਸਾਡੇ ਤਾਂ ਉਹਨਾਂ ਨੂੰ ਇਹ ਕਿਹਾ ਜਿਨ੍ਹਾਂ ਨੇ ਸੋਵਰਨ ਰਾਜੇ, ਜਿਨ੍ਹਾਂ ਨੇ ਕੁੱਖਾਂ ਜੰਮਦੇ ਨੇ, ਉਹਨਾਂ ਨੂੰ ਮੰਦਾ ਨਹੀਂ ਅਸੀਂ ਕਹਿ ਸਕਦੇ। ਇਹ ਮੇਰੇ ਡਿਫੈਂਸ ਪੋਰਟਫੋਲੀਓ ਦੇ ਵਿੱਚ ਮਿਲਟਰੀ 'ਚ ਕੰਮ ਕਰਨ ਵਾਲੀਆਂ ਇਸਤਰੀਆਂ ਨਾਲ ਕਿਵੇਂ ਹੋ ਸਕਦਾ ਇਹ? ਬਸ
ਉਵੇਂ ਹੀ ਜਿਵੇਂ ਠੱਕਾ ਲੱਗਦਾ ਹੁੰਦਾ, ਜੇ ਇਕੱਠੇ ਹੀ ਹੋਈ ਜਾਣਾ ਹੈ ਤੇ ਪਾਵਰ ਹੀ ਨਹੀਂ ਵਰਤਣੀ ਤਾਂ ਪਤਾ ਨਹੀਂ, ਸਮਝ ਨਹੀਂ ਲੱਗਦੀ ਕਾਹਦੀ ਤੁਸੀਂ ਕਾਹਦੀ ਕਿਹੜੀ ਬਟਾਲੀਅਨ ਦੇ ਕਮਾਂਡੈਂਟ ਜੀ ਅਸੀਂ ਜੀ ਆਹ ਕੀਤਾ ਜੀ, ਅਸੀਂ ਕੰਧਾਰ 'ਚ ਕੀਤਾ ਜੀ, ਅਸੀਂ ਵੈਨਕੂਵਰ ਪੁਲਿਸ 'ਚ ਕੀਤਾ, ਸਭ ਕਰਦੇ ਨੇ ਢਿੱਡ ਲਈ। ਪਰ ਆ ਜਿਹੜਾ ਹੁਣ ਸੈਕੂਲਰ ਬਿੱਲ ਆਇਆ ਤੇ ਕੋਈ ਵੀ ਨਹੀਂ ਬੋਲ, ਨਾਲੇ ਹੁਣ ਖਾ ਪੀ ਲਿਆ, ਦੋ ਟਰਮਾਂ ਪ੍ਰਧਾਨ ਮੰਤਰੀ ਬਣ ਗਏ, ਦੋ ਟਰਮਾਂ ਜਗਮੀਤ ਸਿੰਘ ਹੋਣੀ NDP ਦੇ ਲੀਡਰ ਬਣ ਗਏ, ਹਲੇ ਵੀ ਨਹੀਂ ਕਹਿੰਦੇ, ਹਲੇ ਆਸ 'ਚ ਨੇ ਵੀ ਮੇਰਾ ਗੁਣਾ ਪੈ ਜੂ ਕਿਤੇ। ਇਸ ਤਰ੍ਹਾਂ ਨਹੀਂ ਗੁਣੇ ਪੈਂਦੇ। ਤੇ ਉਸ ਕਿਬੈਕ ਦੇ ਵਿੱਚ ਇੱਕ ਮੁੰਡਾ ਸਿਰਫ ਉਹ ਇੱਕ ਕਾਲੇ ਰੰਗ ਦਾ ਸਿਗਰਟ ਪੀਂਦਾ, ਗੋਰੇ ਦੇ ਦਰਾਮੂਰੇ ਖੜ ਗਿਆ ਤੇ ਉਹਨੇ ਚਕਾਤਾ। ਉਹ ਕਹਿੰਦਾ ਵੀ ਇਹਨੇ ਗਨ ਚਲਾਈ ਹੈ, ਚੱਕ ਲਿਆ, ਨੈਬ ਤਾਂ ਨੈੜ ਲਿਆ, ਲੈ ਗਏ ਤੇ ਮੁੜ ਕੇ ਹੁਣ ਲੱਭਿਆ ਕਿ ਕਿਬੈਕ ਹਾਈਡਰੋ ਨੇ ਦੱਸਿਆ ਜੀ ਪਟਾਕਾ ਪਿਆ ਸੀ ਕਿਸੇ ਟਰਾਂਸਫਾਰਮ ਤੋਂ, ਜਿਵੇਂ ਆਪਣੇ ਕਹਿੰਦੇ ਹੁੰਦੇ ਨੇ ਪਟਾਕਾ ਪੈ ਗਿਆ ਟਰਾਂਸਫਾਰਮ ਤੋਂ, ਅੱਜ ਨਹੀਂ ਆਉਣੀ ਲਾਈਟ ਕਹਿੰਦੇ ਨੇ ਪਿੰਡਾਂ 'ਚ। ਆਹ ਗੱਲ ਹੋਈ, ਪਟਾਕਾ ਕਿਤੇ ਪਿਆ, ਉਹਨੇ ਜਦੇ ਵੀ ਹਾਂ ਮੇਰੇ ਕਹੇ ਤੇ ਘਰ ਦੇ ਮੂਹਰੇ ਕਿਉਂ ਨਹੀਂ ਤੁਰੇ, ਸਿਗਰਟ ਮੇਰੇ ਦਰਾਂ ਮੂਹਰੇ ਕਿਉਂ ਪੀਂਦਾ ਬੈਠ, ਇਹ ਕਿਉਂ ਕਾਰ 'ਚ ਬੈਠਾ। ਨਾਲ ਉਹਨੇ ਹੋਰ ਲਾਤਾ ਵੀ ਮੇਰੀ ਕੁੜੀ ਆ ਜਿਹੜੀ ਉਹ ਗੈਂਗਸ ਦੇ ਵਿੱਚ ਆ, ਉਹਨੇ ਦੱਸਿਆ ਮੇਰੇ ਨਾਲ ਦੇ ਜਿਹੜੇ ਮੁੰਡੇ ਨੇ ਉਹਨਾਂ ਕੋਲ ਗੰਨਾਂ ਚੱਕ। ਹੁਣ 60,000 ਲੋਕਾਂ ਦਾ ਦੇ ਦੋ ਤੇ 10 ਬੰਦੇ ਗੰਨਾਂ ਦੇ ਨਾਲ ਆ ਗਏ, ਲੈ ਕੇ ਚੱਕ ਕੇ। ਸੋ ਇਹ ਜਿਹੜੀ ਮਤਲਬ ਇਹ ਇਸ਼ੂਜ਼ ਨੇ ਅੱਜ ਦੇ ਸਮੇਂ ਦੇ ਵਿੱਚ ਇਹ ਕੰਟਰੀ ਦੇ ਵਿੱਚ, ਜਿੱਥੇ ਤੁਸੀਂ ਕਹਿੰਦੇ ਹੋ ਵੀ ਨਾ ਇੱਥੇ ਕੁਛ ਨਹੀਂ। ਅੱਜ ਮਿਨਿਸਟਰ ਆਨੰਦ ਨੇ, ਡਿਫੈਂਸ ਮਿਨਿਸਟਰ ਅਨੀਤਾ ਆਨੰਦ ਨੇ, ਤੇ ਉਹਨੇ ਅੱਜ ਜਿਹੜੀ ਹੈ ਅਪੋਲੋਜੀ ਅੱਜ ਉਸਨੇ ਮੰਨੀ ਹੈ ਇਸਤਰੀਆਂ ਤੇ ਮਰਦਾਂ ਤੋਂ ਜਿਨ੍ਹਾਂ ਨੂੰ ਸੈਕਸ਼ੂਅਲੀ ਅਸਾਲਟ ਹੋਏ ਨੇ ਤੇ ਮਿਸਕੰਡਕਟ ਡਿਸਕ੍ਰਿਮੀਨੇਸ਼ਨ ਹੈ ਮਿਲਟਰੀ, ਟੌਪ ਮਿਲਟਰੀ ਕਮਾਂਡਰ, ਸੀਨੀਅਰ ਡਿਫੈਂਸ ਬਿਊਰੋਕਰੇਟ। ਅੱਜ ਅਫੀਸ਼ੀਅਲ ਅਪੋਲੋਜੀ ਹੈ ਤੇ ਜਿਹਦੇ ਨਾਲ ਜਨਰਲ ਵੈਨ ਆਇਰ, ਡਿਪਟੀ ਡਿਫੈਂਸ ਮਿਨਿਸਟਰ ਜੂਡੀ ਥਾਮਸ ਸੀ, ਗਵਰਨਮੈਂਟ ਸੀ। ਤੇ ਆਹ ਇਹ ਸੱਜਣ ਉਹਨਾਂ ਤੇ ਕਿਉਂ ਨਾ ਮੰਗ ਹੋਈ ਬਈ। ਇਹ ਹੁਣ ਤਾਂ ਵੋਟਾਂ ਜਿੱਤਣ ਤੋਂ ਬਾਅਦ ਤਾਂ ਕੋਈ ਨਵਾਂ ਇਹੋ ਜਿਹਾ ਕੇਸ ਨਹੀਂ ਹੋਇਆ। ਇਹਦਾ ਮਤਲਬ ਕਿਤਨਾ ਕਿਤੇ ਦਿਮਾਗ ਦੇ ਵਿੱਚ ਇਸਤਰੀ ਤੇ ਮਰਦ ਦਾ ਫਰਕ ਹੈਗਾ। ਕਿੰਨੀਆਂ ਡਿਊਟੀਆਂ ਨੇ ਤੁਹਾਡੀਆਂ, ਤੁਸੀਂ ਰਿਪਰੈਜ਼ੈਂਟੇਸ਼ਨ ਕਰ ਰਹੇ ਹੋ ਇੱਕ ਵਿਜ਼ੀਬਲ ਮਿਨੋਰਟੀ ਦੇ ਵਿੱਚੋਂ, ਤੁਹਾਨੂੰ ਵਿਜ਼ੀਬਲ ਮਿਨੋਰਟੀਜ਼ ਕਰਕੇ ਉਹ ਸੀਟਾਂ ਮਿਲਦੀਆਂ ਨੇ ਵੀ ਚੱਲ 5 ਲੱਖ ਇਹਨਾਂ ਨੂੰ ਦਿਓ, 5-7 ਇਹਨਾਂ ਨੂੰ ਬੁਲਾਓ ਤਾਂ ਸਹੀ, 5-7 ਉੱਪਰ ਦੇ ਦਿਓ, 5-7 ਸੂਬੇ ਦੇ ਦਿਓ, ਟਿਕੇ ਤਾਂ ਰਹਿਣ ਵੀ, ਆ ਦੇਖੋ ਤੁਹਾਡੇ ਹੀ ਨੇ। ਪਰ ਹੁਣ ਇਹ ਪ੍ਰਤਾਪਿਆਂ ਦਾ, ਲੱਕੜਦਿਆਂ ਦਾ ਜਿਹੜੇ ਅੱਗੇ ਪਿੱਛੇ ਨੂੰ ਝੂਲਦੇ ਨੇ, ਵਜਨ ਪਾਇਆ ਹੈ ਆਲੇ ਦੁਆਲੇ, ਇਹਨਾਂ ਦੀਆਂ ਡਿਊਟੀਆਂ ਜਿਹੜੀਆਂ ਬਹੁਤ ਵੱਧ ਜਾਂਦੀਆਂ ਨੇ। ਹੁਣ ਦੱਸੋ ਸਪੈਸ਼ਲ ਕੀ ਅਨੀਤਾ, ਇੱਥੇ ਬੜਾ ਰੌਲਾ ਪਿਆ ਜੀ, ਉਹੋ ਜੀ ਇਹ ਫਾਊਂਡੇਸ਼ਨ ਵਾਲਿਆਂ ਨੇ ਜੀ ਸੱਜਣ ਉਹਨੇ ਹਟਾਤੇ ਜੀ, ਅਨੀਤਾ ਆਨੰਦ ਨੂੰ ਲੈ ਆਂਦਾ। ਇਸ ਤਰ੍ਹਾਂ ਕਿਵੇਂ ਲੈ ਆਊਗਾ ਕੋਈ? ਜੇ ਕੀਲਾ ਮੂੜੀ ਕੈੜੀ ਗੱਡੀ ਹੋਈ ਪਿੰਡ ਕਿਵੇਂ ਉਜਾੜ ਦੂ ਕੋਈ? ਜੇ ਸਾਡੇ ਜੇ ਪੋਲ ਹੈ, ਅਸੀਂ ਹੀ ਕਹਿੰਦੇ ਸਾਡਾ ਮੈਂ ਤੇ ਅਸੀਂ, ਬਸ ਸਾਡੀ ਸੱਥਰੀ ਪੈਂਦੀ ਹੈ ਤੇ ਅਸੀਂ ਹੋਰ ਕੋਈ ਕਮਿਊਨਿਟੀ 'ਚ ਬਣ ਨਹੀਂ ਦੇਣਾ, ਨਾ ਕਿਸੇ ਨੂੰ ਇਲੈਕਸ਼ਨ ਲੜਨ ਦਈਏ ਤੇ ਨਾ ਉੱਪਰ ਹੱਥ ਪੈਣ ਦੀ ਕਿਸੇ। ਕਿਉਂ? ਜਾਂ ਫਿਰ ਅਗਲੇ ਬਾਲ ਵਾਂਗੂ ਕੱਢ ਕੇ ਮਖਣੀ ਕਰ ਹਾਂ ਉੱਥੇ ਬੈਠ। ਡਿਊਟੀਜ਼ ਜਿਹੜੀਆਂ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਗੁਰਰਤਨ ਸਿੰਘ ਹੋਣੀ ਤੇ ਜਗਮੀਤ ਸਿੰਘ ਹੋਣੀ ਆਪਣੀ ਗੱਲ ਕਰਦੇ ਆ, ਜਗਮੀਤ ਸਿੰਘ ਹੋਣੀ ਆਪਣੇ ਤੇ ਅਸਾਲਟ ਹੋਣ ਦੀ ਗੱਲ ਕਰਦੇ ਆ। ਬਚਪਨ ਦੇ ਵਿੱਚ ਘਰ ਦੇ ਵਿੱਚ ਮੁਸ਼ਕਲ, ਬਜ਼ੁਰਗ ਫਾਦਰ ਐਡਿਕਸ਼ਨ 'ਚ ਚਲੇ ਗਿਆ, ਮੈਂਟਲ ਹੈਲਥ 'ਚ ਚਲੇ ਗਿਆ, ਛੋਟੇ ਭਾਈ ਨੂੰ ਕੋਲਜ ਯੂਨੀਵਰਸਿਟੀ 'ਚ ਬੈਠ ਕੇ ਪੜ੍ਹਾਇਆ, ਔਖੇ ਸੌਖੇ ਸਮੇਂ ਦੇ ਵਿੱਚ ਲੰਘੇ। ਤਾਂ ਬੰਦੇ ਨੂੰ ਗੱਡਣਾ ਪੈਰ ਚਾਹੀਦਾ ਪੂਰਾ। ਹੁਣ ਹੋਰ ਇਹਦੇ ਬਾਅਦ ਦਾਤਾ ਕੀ ਦੇ ਦੇਵੇ? ਤੁਸੀਂ ਪੋਲੀਟੀਕਲ ਪਾਰਟੀ ਦਾ, ਫੈਡਰਲ ਪਾਰਟੀ ਦਾ ਲੀਡਰ ਹੋ, ਤੁਸੀਂ ਦੂਜਾ ਭਾਈ ਐਮਐਲਏ ਬਣ ਗਿਆ, ਕਿੱਥੇ ਕਿਹੜੇ ਹਾਲਾਤਾਂ 'ਚੋਂ ਪਰਿਵਾਰ ਨਿਕਲਿਆ। ਤੇ ਹੁਣ ਇਹਨਾਂ ਲਈ ਬੋਲਣਾ ਚਾਹੀਦਾ ਵੀ ਤੁਸੀਂ, ਇਹਦਾ ਮਤਲਬ ਜਿਹੜਾ ਵੀ ਧਾਰਮਿਕ ਚਿੰਨ੍ਹ ਵਾਲਾ ਬੰਦਾ ਹੈ ਉਹ ਸਰਕਾਰੀ ਨੌਕਰੀ ਨਹੀਂ ਕਰ ਸਕਦਾ, ਦਸਤਾਰ ਵਾਲਾ ਨੌਕਰੀ ਨਹੀਂ ਕਰ ਸਕਦਾ, ਕੁੜੀਆਂ ਦਮਾਲੇ ਸਜਾਉਂਦੀਆਂ ਉਹ ਨੌਕਰੀ ਨਹੀਂ ਕਰ ਸਕਦੀਆਂ, ਹਿਜਾਬ ਵਾਲਾ ਨਹੀਂ ਕਰ ਸਕਦਾ।
क्रॉस वाला नहीं गल, कहते क्रॉस वाला भी नहीं, असी क्रॉस वाले, क्रॉस किने बाहरले बन्ने पाया दिखदा, पोप दे ते ये पाई फिरदे आ, होर किने क्रॉस बाहरले बन्ने सोने दे विच अद्धा इंच दा बना के गल च पाया हुंदा, दिखदा ही नहीं किसी दे। गातरा दिखदा उपर, हिजाब दिखदा उपर दी, बुरका उपर दी दिखदा, दस्तारां दिखदियां ने, दमाले दिखदे ने। फिर जद अपने वोटां नूं आउणा फिर उही गल कहनी आ, आपां फिर अपने बजुर्ग इत्थे 100 साल पहला बहुत औखे, उन्हां नूं फिल्थी कहंदे रहे, उन्हां नूं मोरक्को सॉरी उन्हां हंडूरस नूं भेजदे सी, इत्थे जिहड़ा लेबर मिनिस्टर सी आही सीट ते बैठा, विक्टोरिया वाले करी जांदे, इत्थे ही बैठा लेबर मिनिस्टर सानूं हंडूरस नूं भेजदा सी, हुण साडे ते किरपा हो गई, हुण मैं लेबर मिनिस्टर। अगे की कीता ये भी दसो, कामिਆਂ ਦੇ ਕਿਹੜੇ दुख दूर कीते वो भी दसो। आह डुबे फिरदे ने 35 दिन 25 दिन हो गए, कोई 1-2 MLA तो बिना कोई जाके खड़िया उत्थे आदर्शपुर, जगरूप सिंह बराड़ तो बिना ते जिन्नी सिंह तो बिना कोई गया उत्थे, दस्सिओ कौन गया। काटो जिहड़ी वो दरख्त ते चढ़न नूं तैयार हो गया, बड़े भरा तू देखी सी, मैं टुर टुर दी आवाज आऊ ते उपर। इस तरह नहीं ये गल हुंदी, इहनूं ठीक करना चाहिए, जिन्हों जिहदियां ड्यूटीज जिहदियां जिम्मेवारियां मिलिया जिम्मेवारियां ठोक के करना चाहिए। ये तां जग है जिहड़ी सराए मुसाफरां दी है, इत्थे तुर जांदे ने, सारे ने तुर जाना, इत्थे रहना किहने है। शाह मुहम्मद कहंदे ने भी ये जग मुसाफरां दी सराए है, बड़े बड़े तुर गए इत्थों, बड़े बड़े तुर जाना, जे किते गुणा पैंदा होवे पा लवे। ਵਪਾਰਕ ਸੰਦੇਸ਼ ਮੁੜ ਕੇ ਆ ਕੇ ਹੋਰ ਕੁਝ ਖਬਰਾਂ ਨਾਲ ਸਾਂਝੀ ਕਰਦਾ ਇੱਕ ਦੋ, ਤੇ ਨਾਲ ਅੰਤਰਰਾਸ਼ਟਰੀ ਮਹਾਜ ਤੋਂ ਏਸ਼ੀਆ ਦੇ ਵਿੱਚ ਤੇ ਅਰਬ ਦੇਸ਼ਾਂ 'ਚ ਖਾਦੇ ਖਲੀਜ, ਉਹਨੂੰ ਖਲੀਜ ਕਹਿੰਦੇ ਨੇ ਅਰਬੀ 'ਚ, ਉੱਥੇ ਕੀ ਹੋ ਰਿਹਾ। ਭਾਈਬੰਦ ਇਹ ਜੇ ਕਾਇਮ ਨੇ ਗੁਰਦੁਆਰਾ ਸਾਹਿਬ ਦੇ ਨਾਲ ਕਿਸੇ ਭਾਈਬੰਦ ਨੇ ਘਰ ਲੈ ਕੇ ਰੈਨੋਵੇਟ ਕਰਤਾ, क्या घर आप तैयार करता रेनोवेट करके गुरुद्वारे नाल कंध लगती है अपनी। स्वाद दी गल्लां ने अच्छा दूजी गल जिहड़ी होर करनी है एक, वो ये है मेयर जग मुकल्लम नूं चार्ज करन तो बाद ਜਿਹੜਾ ਕੀਤਾ CMP ਜਾਂ ਅੰਦਰ ਕੌਂਸਲਰ ਜਿਹੜੇ ਵਿਰੋਧੀ ਧਿਰ ਹੈ, ਉਹਨਾਂ ਨੂੰ ਇਸ ਗੱਲ ਦਾ ਬਹੁਤ ਉਹਨਾਂ ਦੇ ਮਨ ਸੀ ਇਹ ਵੀ ਬਹੁਤ ਜਿਹੜੀ ਹੈ ਵੱਡੀ ਜਿਹੜੀ ਖਬਰ ਹੋ, ਬਹੁਤ ਵੱਡੀ। ਫਿਰ ਲੋਕਾਂ ਦਾ, ਕਿਉਂਕਿ ਲੋਕ ਮੇਅਰ ਨੂੰ ਜਿਹੜੇ ਅਗੇਂਸਟ ਵੀ ਨੇ, ਸਾਰੇ ਤਾਂ ਹੱਕ 'ਚ ਨਹੀਂ, ਜਿਹੜੇ ਪਿਆਰ ਕਰਦੇ ਆ ਉਹ ਬਹੁਤ ਪਿਆਰ ਕਰਦੇ, ਕਹਿੰਦੇ ਯਾਰ ਵਧੀਆ ਬੰਦਾ ਇਹ। ਅਸੀਂ ਪਹਿਲੇ ਜਿਨ੍ਹਾਂ ਨੇ ਸ਼ਿੰਗਾਰਿਆ ਉਹ ਡੱਗ ਸਿੰਘ ਮੁਕੱਲਮ ਕਹਿੰਦੇ ਹੁੰਦੇ ਸੀ, ਉਹਨਾਂ ਨੇ ਬਹੁਤ ਸ਼ਿੰਗਾਰਿਆ ਪਹਿਲਾਂ ਤਾਂ, ਤੂੰ ਛੱਡ ਇਹ ਗੱਲ ਤੇ। ਮੈਂ ਪੰਜਾਬ ਦਾ ਗੇੜਾ ਲਵਾਉਣ ਗਿਆ, ਮੈਂ ਕਿਹਾ ਮੋੜ ਲਿਆਇਓ, ਜਦ ਆਪਾਂ ਤਾਂ ਹੈ ਨਵੇਂ ਸੀ, ਮੈਂ ਕਿਹਾ ਮੋੜ ਲਿਆਇਓ, ਬੰਦਾ ਹੀ ਨਾ ਛੱਡਿਆ ਕਿਤੇ। ਇੱਕ ਦੂਜੇ ਦੀ ਖੋਹ ਖਿੰਝ, ਉਹ ਕਹਿੰਦਾ ਉਹਨੂੰ ਨਹੀਂ ਦੱਸਣਾ, ਉਹ ਕਹਿੰਦਾ ਉਹਨੂੰ ਨਹੀਂ ਦੱਸਣਾ, ਅੱਧੇ ਲੜ ਪਏ, ਸਾਨੂੰ ਨਹੀਂ ਦੱਸਿਆ। ਬਹੁਤ ਜ਼ਿਆਦਾ ਮਾਣ ਤਾਂ ਕਰਦੇ ਆ ਬਹੁਤ, ਪਰ ਮਾਣ ਕਈ ਵਾਰ ਇਉਂ ਕਰ ਦਿੰਦੇ ਆ, ਜਿਵੇਂ ਇੱਥੇ ਦਲਜੀਤ ਆਇਆ ਸੀ ਨਾ ਨੱਚਣ ਸ਼ੁਰੂ 'ਚ, ਜਦ ਲਹਿਰਾ ਜਿਹਾ ਸੀ, ਜਵਾਹਰ ਪੱਡੇ ਨੇ ਸ਼ੋਅ ਕਰਾਇਆ ਹੋਇਆ, ਜਦ ਇੱਕ ਵਾਰ ਇਕੱਠੇ ਸੱਦ ਲਏ ਸਾਰੇ, ਵਿੱਚੇ ਦਲਜੀਤ, ਵਿੱਚੇ ਗੀਤਾ ਤੇ ਵਿੱਚੇ ਗਿੱਪੀ ਤੇ ਵਿੱਚੇ ਹੀ मेरा ख्याल वो बीबा भी सी राजपुरे वाली, पूजा सारे गाउंदे सी, इकट्ठे गाउंदे हुंदे सी, इकट्ठिਆਂ ਨੂੰ ਲਾ ਦਿੰਦਾ ਐਨ ਸ਼ੇਵ ਕਰਕੇ, ਹੈਡ ਸਿਰ ਐਨ ਚਮਕਦਾ ਕਰਕੇ, ਜਵਾਹਰ ਪੱਡਾ ਮੂਹਰੇ ਬੈਠਾ ਹੁੰਦਾ, ਤੇ ਮੁੜ ਕੇ ਉਹ ਗੇੜੇ ਦੇ ਵਿੱਚ ਚਾਵਲਾ ਚਮਲਾਇਆ, ਕਹਿੰਦਾ ਸ਼ਾਇਦ ਦਲਜੀਤ ਕਹਿੰਦਾ ਮੈਂ ਤਾਂ ਤੀਆਂ 'ਚ ਵੀ ਨੱਚਣਾ, ਤੀਆਂ 'ਚ ਵੀ ਗਾਉਣਾ। ਬੀਬੀਆਂ ਨੇ ਤੀਆਂ ਰੱਖ ਲੀਆਂ, स्टेज तो उतर के नचन लग गया, चक लिया,
ਲੱਤ ਨਾ ਲੱਗੇ ਧਰਤੀ ਤੇ। ਹੁਣ ਬੁੜੀਆਂ ਵੱਲੋਂ ਬੰਦਾ ਜੇ ਚੱਕ ਲੈਣਾ ਹੱਥਾਂ ਤੇ, ਉਹ ਬੰਦਾ ਸ਼ਰਮ ਮੰਨਦਾ। ਲਾਹੁਣ ਤਾਂ ਹੋਵੇ ਜਿਨ੍ਹਾਂ ਦੇ ਜਵਾਕ ਖੜਾਏ ਹੋਏ ਨੇ, ਉਹਨਾਂ ਨੂੰ ਪਤਾ ਗੋਦੀ ਕਿਵੇਂ ਚੱਕਣਾ। ਚੱਕ ਲਿਆ, ਫੋਟੋ ਜਾਂ ਛਪੀ, ਕਹਿੰਦਾ ਮੁੜ ਕੇ ਨਹੀਂ ਜਾਂਦਾ ਤੀਆਂ। ਉਹ ਕਹਿੰਦਾ ਇੰਨਾ ਸੌਖਾ ਇਹ ਤਾਂ ਘਰੂਤਾਂ ਨਾਲ ਕੰਮ ਹੋ ਜਾਂਦਾ ਜੇ ਵਿਗੜ ਜਵੇ ਕਹਾਣੀ। ਤੋ ਇਹ ਜਿਹੜੀ ਦੁਬਾਰਾ ਫੇਰ ਆਵਾਂ ਕਹਾਣੀ ਜਿੱਧਰ ਨੂੰ ਮੈਂ ਤੋਰਨ ਲੱਗਿਆ ਸੀ, ਉਹ ਇਹ ਆ ਬਈ ਜਿਹਦੇ ਪਿਆਰ ਕਰਦੇ ਆ ਉਹ ਡਗਮਗਲ ਉਹਨੂੰ ਪਿਆਰ ਹੀ ਕਰਦੇ ਆ। ਉਹ ਕਹਿੰਦੇ ਨਹੀਂ ਯਾਰ ਇਹ ਵਧੀਆ ਬੰਦਾ, ਸਾਡੀ ਸੁਣਦਾ ਹੈ, ਸਾਡੇ ਨਾਲ ਆਉਂਦਾ, ਗਾਉਂਦਾ, ਤੇ ਮੇਅਰ ਤਾਂ ਕੋਈ ਨਾ ਕੋਈ ਬਣਨਾ ਹੀ ਪੈਣਾ। ਇਹ ਉਹ ਨੇ ਜਿਨ੍ਹਾਂ ਨੇ ਲੋਟਾ ਵਾਲੇ ਨਹੀਂ ਹੈਗੇ, ਇਹ ਡਿਵੈਲਪਮੈਂਟ ਵਾਲੇ, ਜ਼ੋਨਿੰਗ ਚੇਂਜ ਕਰਾਉਣ ਵਾਲੇ ਨਹੀਂ ਇਹ ਬੰਦੇ ਹੈਗੇ, ਇਹ ਤਾਂ ਸਿੱਧੇ ਨੇ ਬਸ। ਉਹ ਕਹਿੰਦੇ ਨਾ ਯਾਰ ਵਧੀਆ ਬੰਦਾ ਹੈ, ਇਹਨੇ ਕਮਿਊਨਿਟੀ ਲਈ ਬਹੁਤ ਕੀਤਾ। ਤੇ ਜਿਹੜੀ RCMP ਦੀ ਜਗ੍ਹਾ ਹੁਣ ਪੁਲਿਸ ਲਿਆਉਣ ਨੂੰ ਫਿਰਦਾ, ਉਹ ਕਿਹੜਾ ਇਹਨੇ ਆਪਣੇ ਘਰ ਤੇ ਪੁਲਿਸ ਦਾ ਪਹਿਰਾ ਲਵਾਉਣਾ, ਸਾਰੇ ਸ਼ਹਿਰ ਲਈ ਵੀ ਇਹ ਇੰਪੈਕਟ ਪੈ ਜੂ ਜੀ ਉਹਦੇ ਪੋਲੀਟੀਕਲ ਕੈਰੀਅਰ ਤੇ। ਉਹ ਕਹਿੰਦਾ ਵੀ ਚੋਰ ਲੈ ਜਾਣ, ਉਹ ਕਹਿੰਦਾ ਪੱਠੇ ਹੀ ਖਾਣੇ ਨੇ, ਲੈ ਜਾਣ। ਹੁਣ 70+ ਹੋਇਆ ਤੇ ਰਾਜਨੀਤੀ ਦੇ ਕਿੰਨੇ ਕੁ ਸਾਲ ਰਹਿ ਗਏ, ਹੁਣ ਤਾਂ ਗੋਲਡਨ ਏਜ ਹੈ। ਕੀ ਪਤਾ ਆਪੇ ਹੀ ਮਨ ਚ ਹੋਵੇ ਮੈਂ ਗਾਂ ਨੂੰ ਲੜਨਾ ਹੀ ਨਹੀਂ। ਇਹ ਪਰ ਇਹਦੀ ਗੱਲ ਦਾ ਇੱਕ ਅੰਤਰੀਬ ਜਿਹੜਾ ਸਮਝਣਾ ਚਾਹੀਦਾ ਉਹ ਇਹ ਹੈ ਕਿ ਜਦ ਬੰਦਾ ਤੰਗੇ ਕਰਨੋਂ ਨਹੀਂ ਹਟਦਾ, ਤੁਸੀਂ ਕਰੋਗੇ ਕੀ? ਜਿੱਥੇ ਜੀ ਕਰਦਾ ਕਦੇ ਸਿਟੀ ਹਾਲ ਦੀ ਹੀਰਿੰਗ ਤੇ ਰੌਲਾ ਪਾਉਣ ਲੱਗ ਗਏ, ਜੋ ਸ਼ਾਪਿੰਗ ਕਰਨ ਗਿਆ ਤਾਂ ਸ਼ਾਪਿੰਗ ਤੇ ਘੇਰ ਲਿਆ, ਉਹਨੂੰ ਆਲੇ ਦੁਆਲੇ ਉਹਦੇ ਤੁਰੇ ਫਿਰਦੇ ਨੇ। ਇਹ ਉੱਥੇ ਜਾਂਦਾ ਜੀ, ਇਹ ਇੱਥੇ ਜਾਂਦਾ ਜੀ, ਇਹਦਾ ਹੁਣ ਡਿਵੋਰਸ ਹੋ ਗਿਆ, ਇਹਦਾ ਕੁਛ ਹੋ ਗਿਆ ਅਗਲੇ ਦਾ। ਤੁਸੀਂ ਦੱਸੋ ਕੀ ਲੈਣ? ਟਿੰਡੀਆਂ ਲੈਣੀਆਂ ਨੇ ਕਿਸੇ ਦੀ ਜ਼ਿੰਦਗੀ ਚ? ਕੋਈ ਡਿਵੋਰਸ ਕਰਾ ਲਵੇ, ਕੋਈ ਕਿਸੇ ਦਾ ਹੋ ਜਾਵੇ, ਮੌਜਾਂ ਕਰੇ ਅਗਲਾ ਆਪਣੀ ਜ਼ਿੰਦਗੀ ਚ, ਕਿਸੇ ਨੂੰ ਉਹਦਾ ਡਿਵੋਰਸ ਕਿਹੜਾ ਡਿੱਗਦਾ ਕਿਸੇ ਤੇ ਉਹ ਹੁਣ ਜਿਹੜੀ ਇਹ ਗੱਲ ਚੋਂ ਚਲੋ ਬਾਕੀ ਤਾਂ ਜਾਂ ਕੇਸ ਚੱਲੂ ਦੱਸੂਗੀ ਸਰਕਾਰੀ ਤੇ ਆਪਣਾ ਦੱਸੂ, ਇਹਦੇ ਵਕੀਲ ਆਪਣੇ ਦੱਸਣਗੇ ਕਿ ਵੀ ਕਾਰ ਕਿੱਥੇ ਦੀ ਲੰਘੀ, ਕਿਵੇਂ ਲੰਘੀ, ਕਿਸ ਤਰ੍ਹਾਂ ਹੋਈ। ਪਰ ਆਮ ਲੋਕਾਂ ਨੂੰ ਇਹ ਬਾਹਲੀ ਗੱਲ ਜਿਹੜੀ ਹੈ ਉਹ ਤੰਗ ਨਹੀਂ ਕਰ ਰਹੀ। ਹਾਂ ਤੰਗ ਕਰਦੀ ਜੇ ਕੋਈ ਕਰਪਸ਼ਨ ਦੀ ਗੱਲ ਹੋ ਗਈ, ਕੋਈ ਫੰਡਾਂ ਦੀ ਗੱਲ ਹੋ ਜਵੇ, ਕੋਈ ਕਿਸੇ ਦੀ ਮਦਦ ਕਰਨ ਦੀ ਗੱਲ ਹੋ ਜਵੇ। ਬਿਊਟੀ ਇਹ ਹੈ ਸਿਸਟਮ ਦੀ ਕਿ ਮੇਅਰ ਦੀ ਵੀ ਇੱਕ ਵੋਟ ਆ, ਕੌਂਸਲਰ ਦੀ ਵੀ ਇੱਕ ਵੋਟ ਹੈ। ਲਵਲੀ ਸੀਟ ਤੇ ਤਾਂ ਬੈਠਾ ਹੁੰਦਾ, ਉਹਨਾਂ ਮੇਅਰਾਂ ਨਾਲੋਂ, ਉਹਨਾਂ ਕੌਂਸਲਰ ਨਾਲੋਂ ਤਾਂ ਲੱਖ ਗੁਣਾ ਚੰਗਾ ਜਿਹੜੇ ਕਿਸੇ ਦੀ ਡਿਵੈਲਪਮੈਂਟ ਹੋਣ ਨਹੀਂ ਸੀ ਤੇ ਆਪਣੀ ਬਣੀ ਬਣਾਈ ਪਹਾੜੀ ਆ ਜਿਹੜੀ ਉਹ ਸਾਰੀ ਡਿਵੈਲਪ ਕਰ ਲਈ। ਸੁੱਤੇ ਪੈ ਰਹਿਣਾ ਉਹਨੇ, ਜੇ ਉਹਨੂੰ ਕਹਿਣਾ ਡਿਵੈਲਪਮੈਂਟ, ਉਹਨੇ ਚੱਕ ਕੇ ਲਾ ਕੇ ਐਨ ਕਹਿਣਾ ਨੋ। ਜਾਂ ਜਿਨ੍ਹਾਂ ਦਾ ਜ਼ੋਰ ਚੜ੍ਹਨਾ ਉਹ ਸਰਕਾਰ ਦੀਆਂ, ਸ਼ਹਿਰ ਦੀਆਂ ਜਿਹੜੀਆਂ ਪਾਰਕਿੰਗਾਂ ਰਲਾ ਕੇ ਡਿਵੈਲਪਮੈਂਟਾਂ ਕਰਾ ਜਾਂਦੇ ਨੇ, ਉਹਦੇ ਨਾਲੋਂ ਤਾਂ ਠੀਕ ਆ ਕਹਾਣੀ। ਜਿਹਦਾ ਜ਼ੋਰ ਹੈ ਉਹ ਸਿੱਧੇ ਤਰੀਕੇ ਨਾਲ ਆਪਣਾ ਲਿਆਵੇ, ਕੰਮ ਕਰਾਵੇ। ਪਰ ਆਮ ਬੰਦੇ ਜਿਨ੍ਹਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੋਈ ਕਰਨੀ, ਉਹ 8 to 5 ਵਾਲੇ ਨੇ ਕੰਮ ਕਰਕੇ ਖਾਂਦੇ ਆ, ਉਹ ਖੁਸ਼ ਨੇ। ਉਹ ਕਹਿੰਦੇ ਨਹੀਂ ਵਧੀਆ ਚੱਲ ਰਿਹਾ, ਠੀਕ ਚੱਲ ਰਿਹਾ। ਤੁਸੀਂ ਇਕੱਠ 'ਚ ਕਿਤੇ ਗੱਲ ਕਰੋਗੇ, ਨਹੀਂ ਸਾਨੂੰ ਤਾਂ ਮੈਟਰ ਨਹੀਂ ਬਾਹਲਾ ਕਰਦਾ, ਸਾਡਾ ਕੀ ਇਸ਼ੂ ਹੈ ਇਹਦੇ 'ਚ, ਕੀ ਹੋ ਗਿਆ ਫਿਰ? ਉਹ ਤੇ ਚਾਰਜ ਲਾਏ ਨੇ ਗੱਡੀ, ਉਹ ਕਹਿੰਦਾ ਮੇਰੇ ਤੇ ਨੰਗਾਈ ਆ। ਉਹ ਲੇਡੀ ਕਹਿੰਦੀ ਕੁਛ ਨਾ ਕੁਛ ਤਾਂ ਉੱਥੇ ਹੋਇਆ, ਬਾਅਦ 'ਚ ਘੇਰੀ ਖੜਾ ਉਹ ਜਿਹੜਾ ਇੱਕ ਹੋਰ ਕੀਪ ਦੀ RCMP ਵਾਲਾ, ਉਹਦੇ ਤੇ ਜੇ ਉਹਦੇ ਤੇ ਚਾੜ ਵੀ ਦਿੱਤੀ ਗੱਡੀ ਤੇ ਮੁੜ ਕੇ ਫੇਰ ਘੇਰੀ ਖੜਾ ਉਹਨੂੰ, ਉਹ 'ਚ ਫੋਟੋਆਂ ਛਪੀਆਂ ਤੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਦੇਖੋ ਕਿਹੜੀ ਆ, ਭਾਸ਼ਾ ਉਹਨਾਂ ਦੀ ਕਿਹੜੀ ਹੈ ਯਾਰ। ਉਹ ਇਲੈਕਟਡ ਅਫੀਸ਼ੀਅਲ ਆ, ਸ਼ਹਿਰ ਨੇ ਉਹਨੂੰ ਮੇਅਰ ਬਣਾ ਕੇ, ਤੁਸੀਂ ਜਿਹੜਾ ਕੋਈ ਮਰਜ਼ੀ ਉਹਨੂੰ ਕਹੀ ਜਾਓਗੇ। ਉਹ ਤਾਂ ਹੁਣ ਪ੍ਰੋਬਲਮ ਇਹ ਸੀ ਵੀ ਉਹ ਕਰਨਾ ਨਹੀਂ ਸੀ, ਉਹਨਾਂ ਨੇ ਪਰਸਨਲ ਸਿਕਿਉਰਿਟੀ ਰੱਖ ਲੈਂਦਾ ਵੀ ਮੈਨੂੰ ਤਾਂ ਸਿਕਿਉਰ ਨਹੀਂ ਹੈ, ਮੈਨੂੰ ਪਰਸਨਲ ਮੇਰੀ ਸਿਕਿਉਰਿਟੀ ਦਿਓ। ਨਿੱਜੀ ਕੋਈ ਸਿਕਿਉਰਿਟੀ ਕੰਮ ਇੱਥੇ ਬਥੇਰੇ ਤਕੜੇ ਨੇ ਸਿਕਿਉਰਿਟੀ, ਜਿਹੜੇ ਆਰਮਡ ਸਿਕਿਉਰਿਟੀ ਵੀ, ਉਹ ਕਹਿੰਦਾ ਵੀ ਦੋ ਮਿੰਟ ਤਾਂ ਇਹ ਤੰਗ ਕਰਦੇ ਨੇ, ਬੋਦਲ ਕਰਦੇ ਨੇ, 4 ਬੰਦੇ ਆਲੇ ਦੁਆਲੇ ਫਿਰੀ ਜਾਂਦੇ, ਫਿਰ ਨੇੜੇ ਹੋ ਕੇ ਦਿਖਾਉਂਦਾ ਕੋਈ। ਇਸ ਤਰ੍ਹਾਂ ਉਹ ਤਾਂ ਚਲੋ ਅਦਾਲਤਾਂ ਦੇਖਣਗੀਆਂ ਜਿਹੜੀ ਚੀਜ਼ ਨਾਲ ਚਾਰਜ ਲਾਇਆ RCMP ਨੇ, ਉਹਨਾਂ ਕੋਲ ਵੀ ਕੁਛ ਇਹੋ ਜਿਹਾ ਹੋਊਗਾ ਵੀ ਜਿਹੜਾ ਉਹ ਤੋਂ ਚਾਰਜ, ਉਹ ਕਹਿੰਦੇ ਵੀ ਨਿਸ਼ਚਿਤ ਕੀਤਾ ਹੈ ਨੇ, ਝੂਠ ਬੋਲਿਆ ਤੇ
ਚਲੋ ਉਹ ਤਾਂ ਜਿਵੇਂ ਵੀ ਹੋਊਗਾ, ਅਦਾਲਤ ਦਾ ਜਿਹੜਾ ਹੁਕਮ ਹੋਊਗਾ ਸਿਰ ਮੱਥੇ ਆ, ਪਰ ਆਮ ਲੋਕਾਂ ਦੀ ਜਿਹੜੀ ਕਹਾਣੀਆਂ ਉਹ ਕਹਿੰਦੇ ਨੇ ਕੋਈ ਸਾਨੂੰ ਕੋਈ ਫਰਕ ਨਹੀਂ ਹੈ ਬਾਹਰ। ਜਿਹੜੇ ਵਿਕਟਮ ਨੇ, ਜਿਹੜੇ ਬੰਦੇ ਉਈਓ ਧੂਤੇ 50-50 ਹਜ਼ਾਰ ਲੈ ਲਿਆ ਨੋਟਾਂ ਤੇ ਨੋਟਾਂ ਮਹਿੰਗੀਆਂ ਹੋ ਗਈਆਂ 4-4 ਸਾਲਾਂ ਬਾਅਦ, ਉਹਨਾਂ ਨੂੰ ਵੱਡੇ ਡਿਵੈਲਪਰ ਕਹਿਣਾ ਫੜੋ 50-50 ਹਜ਼ਾਰ ਆਪਣਾ, ਅਸੀਂ ਤੁਹਾਨੂੰ ਨੋਟਾਂ ਵੇਚਣੀਆਂ ਜਾਂ ਚਲੇ ਜਾਓ ਅਦਾਲਤਾਂ 'ਚ, ਬੈਂਕਟ ਹਾਲ 'ਚ ਇਕੱਠ ਕਰਕੇ ਜਿਵੇਂ ਮੰਗਣੇ ਦਾ ਇਕੱਠ ਹੋਇਆ ਹੁੰਦਾ ਸਾਰੇ ਸੱਦ ਲਏ ਤੇ ਉਹਨਾਂ ਕਹਿੰਦਾ ਨਾ ਆ 50-50 ਹਜ਼ਾਰ ਡਾਲਰ ਆ ਫੜੋ। ਉਹ ਬੰਦਿਆਂ ਨੇ ਮੈਂ ਉੱਥੇ ਸੀ ਹੀਅਰਿੰਗ 'ਚ, ਉਹਨਾਂ ਦੁਆਰਾ ਨੇ ਆਪਣੀ ਜਿਹੜੀ ਸਬ ਡਿਵੀਜ਼ਨ ਅਪਲਾਈ ਕੀਤਾ ਇੱਕ, ਤੇ ਵਿਕਟਮ ਉੱਥੇ ਪਹੁੰਚ ਗਏ ਤੇ ਮੇਅਰ ਨੇ ਉਹਨੂੰ ਪੁੱਛਿਆ ਵੀ ਇਹ ਬੰਦੇ ਨੇ ਇਹਨਾਂ ਕੀ, ਉਹ ਕਹਿੰਦੇ ਵੀ ਸਾਡੇ ਨਾਲ ਧੱਕਾ ਹੋਇਆ, ਸਾਡੀਆਂ ਪਹਿਲਾਂ ਸਾਤੋਂ ਪੈਸੇ ਲਈ ਫਿਰਦੇ, ਲੋਟਾਂ ਨਹੀਂ ਬਣਾ ਕੇ ਦਿੰਦੇ। ਉਹ ਕਹਿੰਦਾ ਬੰਦ ਕਰੋ ਜਦ ਤੱਕ ਪਹਿਲਿਆਂ ਦੀਆਂ ਲੋਟਾਂ ਨਹੀਂ ਬਣਾ ਕੇ ਦਿੰਦੇ, ਇਹਨਾਂ ਦੀ ਕੋਈ ਸਬ ਡਿਵੀਜ਼ਨ ਨਹੀਂ। ਇਹ ਹੈ ਕਹਾਣੀ। ਉਹ ਕਿਵੇਂ ਭੁੱਲ ਜਾਣਗੇ ਫਿਰ? ਚਲੋ ਕੰਮ ਨਿਕਲੇ ਤਾਂ ਦਿਮਾਗ ਚੋਂ ਨਿਕਲ ਜਾਂਦੀਆਂ ਨੇ ਗੱਲਾਂ, ਬੰਦੇ ਸਾਰੇ ਭੁੱਲ ਜਾਂਦੇ ਨੇ, ਪਰ ਕੰਮ ਤੋਂ ਪਹਿਲਾਂ ਪਤਾ ਹੁੰਦਾ ਜਦ ਮਿਲਦੇ ਨੇ ਵੀ ਆਹ ਸਾਡਾ ਕਰਾ ਕੇ ਦਿਓ, ਫਿਰ ਦੇਖਣਾ ਦਾ ਮੂੰਹ ਤੇ ਕਿਵੇਂ ਊੜਾ ਆੜਾ ਬਣਦਾ। ਜਾਂ ਸ਼ਹਿਰ ਦੇ ਵਿੱਚੋਂ ਅੰਦਰ ਆਫਿਸ ਦੇ ਵਿੱਚੋਂ ਕੋਈ ਮਾਤੜ ਐਪਲੀਕੇਸ਼ਨ ਕਰੇ ਤੇ ਉਹਦੀ ਲੱਤ ਨਾ ਲੱਗਣ ਦੇਣ ਤੇ ਅੰਦਰੋਂ ਜਿਨ੍ਹਾਂ ਨੂੰ ਪਤਾ ਲੱਗ ਜਵੇ ਉਹ ਪ੍ਰਾਪਰਟੀ ਦੀ ਬਾਹਰ ਖਬਰ ਦੇਣ ਤੇ ਤੁਹਾਡੇ ਕੋਲ ਧੋਖੇ ਨਾਲ ਕੋਈ ਪ੍ਰਾਪਰਟੀ ਲੈ ਜਵੇ, ਉਸ ਨਾਲੋਂ ਤਾਂ ਇਹ ਬੰਦੇ ਚੰਗੇ ਨੇ, ਐਟਲੀਸਟ ਹੱਕ 'ਚ ਤਾਂ ਗੱਲ ਕਰਦੇ ਨੇ। ਜਦ ਤੁਰੇ ਜਾਂਦੇ ਤੁਸੀਂ ਘੇਰ ਕੇ ਤਾਂ ਕਹੋ ਮਿਸਟਰ ਮੇਅਰ ਆਹ ਗੱਲ ਹੋਈ ਹੈ, ਇਹ ਨਹੀਂ ਠੀਕ ਹੈ, ਸੁਣੋ ਤਾਂ ਸਹੀ। ਸੁਣਦਾ ਤਾਂ ਹੈ। ਜਿਹੜੇ ਵੀ ਅੱਜ ਹੁਣ ਜਿਹੜੇ ਮਰਜ਼ੀ ਧੜਿਆਂ 'ਚ ਫਿਰੀ ਜਾਣ, 80% ਰਾਦਰ 90% ਜਿੰਨੇ ਸਾਡੇ ਅਮੀਰ ਡਿਵੈਲਪਰ ਨੇ ਇਹ ਸਾਰੇ ਡਗ ਮੁਕੱਲਮ ਪਹਿਲਾਂ ਮੇਅਰ ਸੀ, ਜਦ ਅਮੀਰ ਹੋਏ ਨੇ, ਜਦ ਸ਼ੁਰੂਆਤ ਹੋਈ ਐਕਸੈਸਿਬਿਲਿਟੀ ਦੀ ਸ਼ੁਰੂਆਤ ਹੋਈ, ਹੀਅਰਿੰਗਸ ਦੀ ਗੱਲਬਾਤ ਹੋਈ, ਕਿਉਂਕਿ ਫਰਕ ਨਹੀਂ ਰੱਖਿਆ ਕੋਈ। ਦੇਖਿਓ ਜਾ ਕੇ ਕਿ ਜਿੱਥੇ ਇਹਨਾਂ ਦਾ ਕਿਤੇ ਨਸਲ ਵਾਲਾ ਥੋੜਾ ਜਿਹਾ ਰੰਗ ਆ, ਉੱਥੇ ਘਰੇ ਦੇਖ ਲਿਓ ਬਣਾ ਕੇ 2-2 ਸਾਲ 2.5 ਸਾਲ ਘਰੇ ਨਹੀਂ ਬਣਾਉਣ ਦਿੰਦੇ ਅਗਲੇ। ਜਿਹੜਾ ਆਪਣੇ ਅਹੁਦੇ ਦਾ ਮਾਣ ਕਰਕੇ ਰੰਗ ਨਸਲ ਤੋਂ ਉੱਪਰ ਹੁੰਦਾ, ਉਹਦਾ ਮਾਣ ਕਰਨਾ ਚਾਹੀਦਾ ਸਾਰਿਆਂ। ਕੁਛ ਕਰੀ ਜਾਣ, ਉਹ RCMP ਰਹੇ ਨਾ ਰਹੇ, ਉਹਦੇ ਆਪਣੇ ਤੌਰ ਤੇ ਤੁਸੀਂ ਦਸਤਖਤ ਕਰਾਓ, ਲੋਕਾਂ ਨੂੰ ਕਰੋ, ਪ੍ਰੇਰਿਤ ਕਰੋ। ਤੁਸੀਂ ਮੇਅਰ ਨੂੰ ਕਿਉਂ ਘੇਰਦੇ ਹੋ ਹਰ ਦੂਜੇ ਤੇ ਤੀਜੇ ਦਾ? ਕਾਹਦੇ ਲਈ? ਮੇਅਰ ਤੁਹਾਨੂੰ ਕੀ ਕਹਿੰਦਾ? ਉੱਥੇ ਧੂਤਕੜਾ ਪਾਉਂਦੇ ਹੋ ਲੋਕਾਂ ਦੀਆਂ, ਜਾ ਕੇ ਜਿਹੜੀਆਂ ਐਪਲੀਕੇਸ਼ਨਾਂ ਨੇ ਉੱਥੇ ਰੌਲਾ ਪਾਉਂਦੇ ਹੋ, ਹੂਤ-ਹਾਤ ਕਰਦੇ ਹੋ ਤੇ ਉਹਨੇ ਬੰਦ ਕਰਤਾ ਵੀ ਬਾਹਰ ਨਿਕਲੋ, ਤੁਹਾਡਾ ਤੁਸੀਂ ਕੰਮ ਨਹੀਂ, ਕੋਈ ਵਿਆਜ ਬੀ ਦਾ ਲੇਖਾ ਪਾਉਂਦੇ, ਤੁਸੀਂ ਕਿਉਂ ਆਉਂਦੇ ਹੋ? ਤੇ ਉਹਨੂੰ ਪਰਸਨਲ ਘੇਰਨ ਲੱਗ ਗਏ। ਜੇ ਉਸ ਗਰੋਸਰੀ ਕਰਨ ਗਿਆ ਤਾਂ ਘੇਰ ਲਿਆ, ਜੋ ਕਿਸੇ ਪਾਰਕ 'ਚ ਗਿਆ ਤਾਂ ਘੇਰ ਲਿਆ। ਕਹਾਣੀ ਕੀ ਹੈ? ਮੇਅਰ ਦਾ ਇਕੱਲੇ ਦਾ ਇਹ ਡਿਸੀਜ਼ਨ ਆ ਬਈ ਮੈਂ ਪੁਲਿਸ ਲਿਆਉਣੀ ਆ, ਤੇ RCMP ਵਾਲੀ ਜਿਹੜੇ ਨੇ ਉਹ ਮੇਅਰ ਦੇ ਪੈਰ ਦਾੜਦੇ ਫਿਰਦੇ ਆ। ਇੱਥੇ ਹੀ RCMP ਦੀ ਜਦੋਂ ਪਹਿਲਾਂ ਮੇਅਰ ਸੀ, ਉਹਨੇ ਮੈਨੀਫੈਸਟ ਦਿੱਤਾ, ਲੋਕਾਂ ਨੇ ਵੋਟਾਂ ਪਾਤੀਆਂ, ਉਹਦੇ ਤੇ ਖੜ ਗਿਆ, ਉਹ ਕਹਿੰਦਾ ਮੈਂ ਬਦਲੂੰਗਾ। ਹੁਣ ਹੈ ਨਹੀਂ ਇਹ ਐਡੀ ਕੋਈ ਵੀ ਜਿਹੜੀ ਆ ਛੋਟੀ ਸ਼ਹਿਰ, ਇਹ ਐਡੇ ਵੱਡੇ ਦੇ ਵਿੱਚ ਕਿਤੇ ਵੀ RCMP ਹੈ ਨਹੀਂ। RCMP ਵਾਲੇ ਨੇ ਕਿੱਥੇ ਨੂੰ ਜਾਣਾ? ਜਿਹੜੇ ਲੋਕਲ ਅਫੀਸਰ ਨੇ ਉਹਨਾਂ ਸਰੀ ਪੁਲਿਸ ਚ ਜਾ ਵੜਨਾ। ਸਰੀ ਵਾਲੇ ਨੇ ਹੁਣ ਜਾ ਕੇ ਕੁਬੈਕ ਦੇ ਵਿੱਚ ਜਾਂ ontario ਦੇ ਵਿੱਚ ਤਾਂ ਜਾ ਕੇ RCMP ਜਾਣਾ ਨਹੀਂ, ਜੇ ਉੱਥੇ ਹੋਈ ਤਾਂ ਜਾਂ ਸਸਕੈਚੂਨ ਤਾਂ ਜਾਣਾ ਨਹੀਂ, ਉਹਨਾਂ ਤਾਂ ਉਰੇ ਹੀ ਰਹਿਣਾ। ਹੁਣ ਅਫੀਸਰ ਮਿਲਦੇ ਨਹੀਂ। ਉਹ ਉਸ ਗੱਲ ਦਾ ਜਿਹੜਾ ਬੜਾ ਰੇੜਕਾ ਉਹਦਾ ਇਹ ਹੋ ਗਿਆ ਜੀ, ਬ੍ਰੇਕਿੰਗ ਨਿਊਜ਼ ਜੀ, ਉਹ ਚਾਰਜ ਹੋ ਗਿਆ ਜੀ। ਚਾਰਜ ਕਾਹਦੇ 'ਚ ਹੋ ਗਿਆ? ਚਾਰਜ ਕਿੱਡਾ ਕੁ ਵੱਡਾ ਉਹ ਕ੍ਰਾਈਮ ਹੈ ਜਿਹਦਾ ਆਪਾਂ ਰੌਲਾ ਪਾਉਣਾ ਸੀ? ਉਹ ਠੀਕ ਹੈ, ਉਹਨੇ ਕਿਹਾ ਵੀ ਮੇਰੇ ਤੇ ਗੱਡੀ ਚੜਾਈ ਆ, ਉਹ ਕਹਿੰਦੀ ਮੈਂ ਨਹੀਂ ਚੜਾਈ, ਤੇ ਇਸ ਤਰੀ ਗੱਡੀ ਚੋਂ ਨਿਕਲ ਕੇ ਰੌਲਾ ਪਾ ਰਹੀ ਹੈ। ਦੂਜਾ ਸੈਨਾਪਤੀ ਆ, ਉਹ ਘੇਰੀ ਖੜਾ। ਉਹਦਾ ਨਿੱਜੀ ਵਿਰੋਧ ਕਿਉਂ ਆ ਬੰਦੇ ਦਾ? ਜੇ ਉਹਨੂੰ ਜਿਵੇਂ ਵੋਟਾਂ ਪਾਈਆਂ ਉਹਨੇ ਉਸ ਤਰ੍ਹਾਂ ਕਰਤਾ, ਨਿੱਜੀ ਵਿਰੋਧ ਆ ਉਹਦਾ, ਕਿਹੜਾ ਨਿੱਜੀ ਰੌਲਾ ਕੀ? ਤੇ RCMP ਵਾਲੇ ਉਹਨੂੰ ਚੁੰਡੀਆਂ ਵੱਢਦੇ ਆ, ਉਹਨੂੰ ਕੀ ਕਹਿੰਦੇ ਆ? ਉਹਨੇ ਵੋਟਾਂ ਪਵਾਈਆਂ ਨੇ, ਉਹਨੇ ਉਹ ਚੀਜ਼ ਤੇ ਪਹਿਰਾ ਦੇਤਾ। ਅਗਲੀ ਗੱਲ,
इजराइल का प्रधानमंत्री नेतन्याहू तो जद जे नफ्ताली आया ना बड़ियां गल्लां चलियां। ओए बंदा जी वो कहंदे सी भी ये उदों भी तिखा है जद दा बैठा। जे कदे किसी ने देखना हो ना ये तेवर की ने बाइडन दे नाल नफ्ताली बोलिया पहली बार व्हाइट हाउस च जितन तो बाद वो सुनने वालियां ने गल्लां। हुण यूएई दे दुबई दे क्राउन प्रिंस नूं जिहड़ा बहुत पावरफुल है मोहम्मद बिन जायद जिन्हों कहते हैं ते वो मोहम्मद बिन सुलेमान ये MBZ आ वो MBS है उन्होंने मिल के आया वो पब्लिक जिहड़ा सॉरी वो प्राइवेट पैलेस दे विच। ते यह बड़ा जिहड़ा क्राउन प्रिंस है बहुत पावरफुल है सारे संयुक्त अरब अमीरात दे विच चाचे ताए दे पुत ने शारजाह ते रसल खेमा ते दुबई ते आबू धाबी इन्हां दे अड अड जिहड़ियां स्टेट्स ने बनाईयां कट्ठियां जिहड़ियां ने राज नूं ओह संयुक्त अरब अमीरात कहंदे ने। ते हुण उत्थे इशू की है? इशू बड़ा कोई नहीं है, इशू है ईरान नूं थम्मण दा। बस भाई ईरान नूं किवें रोकना। अबू धाबी ने पिछले दिनी इकट्ठे जिहड़े फ्रांस तो 80 जिहड़े फाइटर लाए ने रफेल 80 उस खिते दे विच दुबई दे नाल यूएई दे नाल उपरले बन्ने जा मुड़ के आने जिहड़ी हॉर्मोज दी खाड़ी है उदों परले बन्ने ईरान है। ईरान दे नाल हुण इन्हां नूं नेड़े वालियां नूं गल्फ स्टेट्स नूं नफ्ताली ने की कहे मतलब वो कहना भी ये परमाणु बंदा का विरोध करो ਇਹਦਾ न्यूक्लियर वैपन नहीं ਇਹਦੇ ਕੋਲ आने चाहिए। पर जमा ही नाल है कभी पानी हुई है दूजे बने इराक है ईरान है इधरले बने ईरान का तुसीं मैप वेखोगे तो ईरान तो बहुत वड्डा है कित्थे कित्थे वो लग्या होया। नेतन्याहू तो लैके ज्यादा अहमदी नजाद ने कहा जाके वो कहना भी ये नक्शे तो खत्म होना चाहिए इजराइल दुनिया वाइप आउट होना चाहिए उहदे पिछे पे ने ईरान दे। माइक पोंपियो होनी जे ना जांदे सरपंच ना जांदा उधर नेतन्याहू रहंदा तां तैयारी सी ये बल्लो पाउण दी तैयारी सी। पोंपियो दा बहुत तिखा इस काम दे लई होया जांदा जांदा उही करके गया जिहड़े यारियां पवा के है ना मोरक्को नाल यूएई नाल आखिरी दिनां च इधरों सरपंच की तो गद्दी हिलदी है पर माइक पोंपियो इजराइल तो नहीं बाहर आया। वो पिछले 2 महीने उन्होंने हुण पता नहीं वह की बेनीफिट सी की वह इशू सी वो तो उही जानता। पर जिहड़ा वो सुडान दे नाल बहरीन दे नाल मोरक्को दे नाल ते इहदा जिहड़ा कौंसलेट खोल के दुबई दे विच कौंसलेट इहदे च वीज़ा ऑफिस यूएई च सीधा जहाज चाढ़िया ते उत्थे ते उधरों सऊदी अरब नाल भी सलाह जे मोहम्मद बिन जायद है जिहड़ा नफ्ताली नूं मिल रहा फिर मोहम्मद बिन सुलेमान भी सेम बोट च मोहम्मद बिन सलमान भी नाल ही है दोनों की बहुत बनती है MBS ते MBZ दोने। ते हुण सारा जिहड़ा इशू है इहदे च ईरान न्यूक्लियर प्रोग्राम है बस ईरान ईरान ते ईरान बस ਉਹਦੇ ਚ दूजी चीज नहीं है कोई। ईरान नूं किवें कंट्रोल करना। पिछली बार हले पिछले साल आही साल सॉरी जून च इजराइल का फॉरेन मिनिस्टर लैपीड आके गया ते मिस्र च भी जाके आया। वो आले दुआले दियां जिन्नियां गल्फ स्टेट्स सी उन्होंने सब अपने नेड़े ला लिया फलस्तीनी कल्ले रह गए। कित्थे जिहड़ी फलस्तीन ने लड़ाई जिहड़ी फलस्तीन नूं लड़ाई तो बाद इजराइल वालों मिलती जगह जिहड़ी उन्होंने नहीं लई वो अरब देशा करके नहीं लई। अरब देश कहना ना ना ये देश सारा थोड़ा ऐसे रहते रहे साडे रकब कुल्लू जदों कहे सारा ही दबना सी बस निबड़ गई कहानी रह गए कल्ले कख भी नहीं है। जिहड़ा सब तो माड़ा हाल है हाले बेस्ट जिहड़ा वेस्ट बैंक वाले तो ठीक ने उत्थे सरकार आ गाजा का मंदा हाल है। गाजा तो उन्होंने खूंजे ला लिया बिल्कुल उधरों पानी च उन्होंने मिलिटरी है इधरों मिलिटरी उत्थे जिंदगी बहाल की पई है और कल्ले रह गए बंदे ते इहदे तो एक सबका नेशनस नूं
ਤੇ ਜਦ ਕਿਤੇ ਤੁਸੀਂ ਟੇਬਲ ਤੇ ਬਹਿ ਲਿਓ ਗੁਆਂਢੀ ਦੇ ਕਹੇ ਤੇ ਸਿਰ ਹੀ ਨਾ ਚੱਕ ਲਓ। ਅਰਬ ਦੇਸ਼ਾਂ ਨੇ ਵਿਰੋਧਤਾ ਕੀਤੀ ਵੀ ਨਾ 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 ਤੁਸੀਂ ਲੜਨਾ, ਆਪਾਂ ਬਿਲਕੁਲ ਇਜ਼ਰਾਈਲ ਤੋਂ ਨਹੀਂ ਲੈਣਾ, ਅਸੀਂ ਸਾਰਾ ਲੈਣਾ। ਉਸ ਸਮੇਂ ਉਹ ਯਹੂਦੀ ਤੇ ਮੁਸਲਮਾਨ ਉਹ ਧਰਮ ਦਾ ਚੱਕਰ ਸੀ। ਹੁਣ ਸਾਰੇ ਦੇਖੋ ਤੁਸੀਂ ਲੋਕਾਂ ਦੇ ਮਫਾਦ ਕਿੱਥੇ ਜਾ ਖੜੇ ਕਿ ਇਜ਼ਰਾਈਲ ਤੇ ਸੁੰਨੀ ਮੁਸਲਮਾਨ ਜਿਹੜੇ ਦੇਸ਼ ਨੇ ਉਹਨਾਂ ਦੀ ਯਾਰੀ ਪੈ ਰਹੀ। ਸੁਡਾਨ ਆ, ਮਰਾਕੋ ਹੈ, ਉਸ ਤੋਂ ਬਾਅਦ ਸਭ ਤੋਂ ਵੱਡਾ ਸਾਊਦੀ ਅਰਬ ਹੈ ਤੇ ਦੁਬਈ ਤੇ ਬਹਿਰੀਨ। ਖੈਰ ਬਹਿਰੀਨ ਤਾਂ ਅਲੱਗ ਹੈ, ਪਰ ਆ ਦੇਸ਼ਾਂ ਦੇ ਨਾਲ ਜੋ ਬੰਦੇ ਇਕੱਲੇ ਰਹਿ ਗਏ ਵਿਚਾਰੇ, ਖਤਮ। ਉਹਨਾਂ ਦੱਬ ਲਿਆ ਜਿਹੜੇ ਸੈਟਲਮੈਂਟ ਕਰ ਰਿਹਾ ਇਜ਼ਰਾਈਲ, ਉਹ ਦੱਬ ਲਈ ਉਹਨਾਂ ਦੀ ਜਗ੍ਹਾ, ਉਹਨਾਂ ਦੇ ਘਰ ਬਣਾ ਕੇ ਉਹਨਾਂ ਨੇ ਕੰਡਿਆਂ ਦੀ ਆਵਾਜ਼ ਲਾਉਣ ਦਾ ਬੰਡ ਵੀ ਨਹੀਂ ਦਿੰਦਾ ਉੱਥੇ। ਕੱਲ ਨੂੰ ਕਿਤੇ ਗਿਣਤੀ ਸ਼ੰਤੀ ਹੋਵੇ, ਕੱਖ ਵੀ ਨਹੀਂ ਉੱਥੇ ਇਜ਼ਰਾਈਲ ਫਲਸਤੀਨੀਆਂ ਦਾ। ਪਾਵਰਫੁਲ ਇੰਨੀ ਆ, ਉਹ ਨੇਸ਼ਨ ਐਡੀ ਪਾਵਰਫੁਲ ਹੈ ਤੇ ਉਹ ਦੁਨੀਆ ਦੇ ਹਰ ਵੱਡੀ ਜਗ੍ਹਾ ਤੇ ਉਹ ਬੈਠੀ ਆ। ਲੈ ਪੱਤਰਕਾਰ ਤੋਂ ਲੈ ਪੈਸੇ ਧੇਲੇ ਤੋਂ ਲੈ, ਫਾਈਨਾਂਸ ਤੋਂ ਲੈ, ਬੈਂਕਿੰਗ ਤੋਂ ਲੈ, ਜਰਨਲਿਜ਼ਮ ਤੋਂ ਲੈ, ਫਾਰਮਾਸਿਊਟੀਕਲ ਤੋਂ, ਤੇ ਉਹ ਕਰਕੇ ਕੰਮ। ਤੇ ਹੁਣ ਜਹਾਜ਼ ਸਿੱਧੇ ਉੱਡਦੇ ਆ ਟੈਲ ਅਵੀਵ ਤੋਂ ਤੇ ਜਾ ਕੇ ਆਬੂ ਧਾਬੀ ਉਤਰਦੇ। ਆਬੂ ਧਾਬੀ UAE ਦੇ ਵਿੱਚ ਸਭ ਤੋਂ ਰਿਚ ਸਟੇਟ ਜਿਹੜਾ ਉਹ ਆਬੂ ਧਾਬੀ ਹੈ। ਪਰਿਵਾਰ ਇੱਕੋ ਹੀ ਹੈ, ਬਜ਼ੁਰਗ ਇਹਨਾਂ ਦੇ ਇਕੱਠੇ ਹੀ ਨੇ ਸਾਰੇ, ਅਲ ਨਹਿਯਾਨ ਜਿਹੜੇ ਨੇ ਇਹ ਸਭ ਉਹੀ ਨੇ। ਤੇ ਇਹ ਬਹੁਤ ਰਿਚ ਲੋਕ ਨੇ ਇਹਨਾਂ ਖਾਸ ਤੌਰ ਤੇ ਦੁਬਈ ਦੇ ਤੇ ਆਬੂ ਧਾਬੀ ਦੇ ਜਿਹੜੇ ਉੱਥੇ ਗਏ ਨੇ 500 ਸਾਲ ਉੱਥੇ ਆਲੇ ਦੁਆਲੇ ਰਹਿਣ ਦਾ ਮੌਕਾ ਮਿਲਿਆ। ਵੇਖਿਆ ਇਹ ਤਾਂ ਤੁਸੀਂ ਛੱਡੇ ਗੱਲ ਦਾ, ਸੋਚਣੀ ਤੋਂ ਪਰਾਂ ਕਹਾਣੀ। ਆ ਦੁਬਈ ਜਿਹੜੀ ਹੈ, ਮੈਂ 98 ਚ ਆਇਆ, 20 ਸਾਲਾਂ ਦੀ ਦੁਬਈ ਹੈ ਜਿਹੜੀ ਅੱਜ ਆ ਦੇਖਦੇ। ਜਦ 97-8 ਚ ਆਇਆ ਉੱਥੇ ਕੱਖ ਨਹੀਂ ਸੀ। ਬੁਰਜ ਅਲ ਖਲੀਫਾ ਤੇ ਦੁਬਈ ਹੋਟਲ ਤੇ ਜੇ ਕੋਈ ਕੁਛ ਨਹੀਂ ਸੀ। ਉਹ ਜਿਹੜਾ ਵੀ ਕੁਛ ਬਣਿਆ ਹੋਇਆ 20 ਸਾਲਾਂ, ਮਤਲਬ ਦੁਨੀਆ ਕੋਈ ਪੈਸਾ ਲੈ ਕੇ ਧਨਾੜ ਸਤੰਬਰ, ਅਸਲ 2001 ਨੇ ਬਦਲਿਆ ਸਾਰਾ ਕੁਛ। ਜਦ ਸਤੰਬਰ 2001 ਹੋਇਆ, ਖਾਸ ਤੌਰ ਤੇ ਅਮੀਰ ਮੁਸਲਮਾਨ ਲੋਕਾਂ ਨੂੰ ਟਾਰਗੇਟ ਜਿਹੜਾ ਕੀਤਾ ਗਿਆ ਦੁਨੀਆ ਦੇ ਵਿੱਚ, ਉਹਨਾਂ ਨੇ ਪੈਸਾ ਚੱਕਿਆ, ਦੁਬਈ ਜਾ ਵੜੇ। ਬਸ ਇੱਥੋਂ ਕਹਾਣੀ ਹੋਈ ਹੈ ਸਾਰੀ। ਕੋਈ ਉੱਥੇ ਉੱਤਰ ਜਵੇ, ਕੋਈ ਮਨੀਆ। ਸਾਡੇ ਆਪਣੇ ਵਾਲਿਆਂ ਦੀਆਂ ਕਹਾਣੀਆਂ ਕਿਉਂ ਨਿਕਲਦੀਆਂ ਪੰਜਾਬ ਚੋਂ, ਦੁਬਈ ਲੈ ਗਏ ਜੀ, ਦੁਬਈ ਲੈ ਗਏ। ਉਹ ਇਸ ਤਰ੍ਹਾਂ ਹੀ ਹੈ, ਡਿਊਟੀ ਫ੍ਰੀ ਕੰਟਰੀ ਹੈ, ਜਿਹੜਾ ਕੋਈ ਮਰਜ਼ੀ ਲੈ ਆਓ ਚੱਕ ਕੇ। ਦੁਨੀਆ ਭਰ ਦੇ ਲੋਕ ਉੱਥੋਂ ਬਿਜ਼ਨਸ ਕਰਦੇ ਆ, ਦੁਨੀਆ ਭਰ ਦੇ ਲੋਕਾਂ ਨੇ ਰਹਿਣ ਦੀ ਜਗ੍ਹਾ ਉੱਥੇ ਬਣਾਈ ਹੋਈ ਹੈ, ਦੁਨੀਆ ਭਰ ਦੇ ਲੋਕ ਪੈਸਾ ਲਿਆ ਕੇ ਉੱਥੇ ਡੰਪ ਕਰਦੇ। ਹੁਣ ਹੌਲੀ ਹੌਲੀ ਟੈਕਸ ਟੂਕਸ ਥੋੜਾ ਬਹੁਤਾ ਲਾਉਣ ਲੱਗੇ, ਪਰ ਨਹੀਂ ਲਾਉਂਦੇ। ਉਹ 92 ਦੇ ਵਿੱਚ ਜਦ USSR ਸੋਵੀਅਤ ਯੂਨੀਅਨ ਕਿਆ ਗਰੀਬ ਜਿਹੜੇ ਦੇਸ਼ ਬਣੇ ਸੀ, ਉਹਨਾਂ ਦੇ ਵਿੱਚ ਟੁੱਟ ਕੇ ਉੱਥੋਂ ਦੀਆਂ ਲੋਕ ਪਰਿਵਾਰਾਂ ਦੇ ਪਰਿਵਾਰ, ਇਸਤਰੀਆਂ, ਮਰਦ ਤੇ ਬੰਨ ਟੋਲੀਆਂ ਆ ਗਈਆਂ ਤੇ ਉਹਨਾਂ ਨੇ ਵਸਾ ਲਏ ਉੱਥੇ, ਲੈ ਕੇ ਵੱਡੀਆਂ ਵੱਡੀਆਂ 20 ਮੰਜ਼ਿਲਾਂ ਇਮਾਰਤਾਂ 'ਚ ਰਹਿੰਦੇ ਨੇ। ਚੱਲ ਟੂਰਿਸਟ ਅਟਰੈਕਸ਼ਨ ਬਣ ਗਈ ਦੁਨੀਆ, ਚੱਲ ਉੱਥੇ। ਇਹ ਹੁਣ ਜਿਹੜੀ ਨਫਤਾਲੀ ਦੇ ਨਾਲ ਇਹਨਾਂ ਦੇ ਮੇਲ ਜੋਲ ਹੋ ਰਿਹਾ, ਜਿਹੜਾ ਉਹ ਸਿਰਫ ਤੇ ਸਿਰਫ ਇਰਾਨ ਦੀਆਂ ਨੇੜੇ ਦੇ ਦੇਸ਼ ਨੇ ਜਿਹੜੇ ਇਰਾਨ ਨੂੰ ਜਿਹੜਾ ਉਹ ਨੱਪਣ ਲਈ ਹੋ ਰਿਹਾ। ਇਰਾਨ ਦੀਆਂ ਆਪਣੀਆਂ ਟਾਈਜ਼ ਨੇ ਚੀਨ ਦੇ ਨਾਲ ਵੀ, ਰੂਸ ਦੇ ਨਾਲ ਵੀ। ਉਹ ਆਪਣਾ ਸੋਲਿਡ ਹੋਇਆ ਬੈਠਾ, ਉਹ ਨਹੀਂ ਝਪਕਦਾ ਇਹਨਾਂ। ਉਹਦੀ ਬੜੀ ਉਹਦਾ ਦੇਸ਼ ਦਾ ਜਿਹੜਾ ਨਕਸ਼ਾ ਹੈ ਇਰਾਨ ਦਾ, ਉਹ ਬਹੁਤ ਬਹੁਤ ਖਾਸ ਨਕਸ਼ਾ। ਤੁਸੀਂ ਉਹਨੂੰ ਦੇਖਿਓ, ਉਹਦੇ ਆਲੇ ਦੁਆਲੇ ਦੇਸ਼ ਕੀ ਨੇ, ਕਿਵੇਂ ਉਹਦੇ ਆਲੇ ਦੁਆਲੇ। ਤੁਸੀਂ ਕਦੇ ਮੈਪ ਆਫ ਇਰਾਨ ਪਾ ਕੇ ਦੇਖਿਓ ਤਾਂ ਦੇਖਿਓ ਸਹੀ ਉਹ ਕਿੱਥੇ ਤੱਕ ਫਿਰਦਾ। ਮਤਲਬ ਉਹਦੇ ਆਲੇ ਦੁਆਲੇ ਕਿਹੜੇ, ਇੱਕ ਬੰਨੇ ਪਾਕਿਸਤਾਨ ਆ, ਇੱਕ ਬੰਨੇ ਜਿਹੜੀ ਪਰਸ਼ੀਅਨ ਗਲਫ ਹੈ, ਜਿਹੜੀ ਖਾੜੀ ਹੈ, ਉਹਦੇ ਤੇ ਪਰਲੇ ਬੰਨੇ ਉਹ ਨਾਲ ਗੱਭੇ ਪਾਣੀ ਹੈ ਬਸ। ਤੇ ਉੱਪਰਲੇ ਬੰਨੇ ਜਾ ਕੇ ਤੁਰਕੀ ਦੇ ਨਾਲ ਲੱਗ ਜਾਂਦਾ, ਇਰਾਕ ਨਾਲ, ਪਾਕਿਸਤਾਨ, ਅਫਗਾਨਿਸਤਾਨ, ਤੁਰਕਮਨਿਸਤਾਨ ਪਰਲੇ ਬੰਨੇ ਤੇ ਅਜ਼ਰਬਾਈਜਾਨ ਤੱਕ। ਤਾਂ ਮਤਲਬ ਇੱਕ ਬੰਨੇ ਯੂਰਪ 'ਚ ਬੈਠਾ, ਇੱਕ ਬੰਨੇ ਅਰਬ 'ਚ ਬੈਠਾ, ਏਸ਼ੀਆ 'ਚ ਬੈਠਾ, ਤਾਂ ਸਾਰੇ ਪਾਸੇ ਬੈਠਾ। ਉਹਨੂੰ ਛੇਤੀ ਕੀਤੇ ਨਹੀਂ ਉਧਰ ਨੂੰ ਹਿਲ ਸਕਦੇ। ਜੇ ਇਹਨਾਂ ਦਾ ਜ਼ੋਰ ਚੱਲਦਾ ਹੁਣ ਨੂੰ ਤਾਂ ਇਜ਼ਰਾਈਲ ਨੇ ਦੱਬ ਲੈਣਾ ਸੀ ਉਹਨੂੰ, ਪਰ ਇੰਨਾ ਸੌਖਾ ਨਹੀਂ ਹੈ। ਲਵੇ ਗੱਲ ਇਹ ਆ ਵੀ ਵੈਦਰ ਆਉਣ ਵਾਲੇ ਦਿਨਾਂ ਦੇ ਵਿੱਚ
ਥੋੜਾ ਜਿਹਾ ਹਿਲਜੁਲੇ ਵਾਲਾ ਹੈ ਤੇ ਹੋ ਸਕਦਾ ਸਨੋਂ ਵੀ ਪੈ ਜਾਵੇ ਤੇ ਖਿਆਲ ਰੱਖਣਾ। ਗੱਡੀ ਸਮਾਂ ਲੈ ਕੇ ਚਲਾਉਣੀ ਹੈ ਤੇ ਟਾਇਰ ਟੱਪਾ ਗੱਡੀਆਂ ਦਾ ਖਿਆਲ ਰੱਖੋ ਤੇ ਵਿੱਚ ਭੂਰਾ ਇੱਕ ਜ਼ਰੂਰ ਰੱਖਣਾ, ਚਾਹ ਦੀ ਥਰਮੋਸ ਜ਼ਰੂਰ ਰੱਖਣੀ, ਰਾਹ ਕਿਤੇ ਰੁਕਣਾ ਪੈ ਜਾਂਦਾ ਹੁੰਦਾ। ਤੇ ਆਹ ਲਓ ਅਖੀਰ ਚ ਕੁਲਦੀਪ ਮਾਨਕ ਦੀ ਇੱਕ ਕਲੀ ਆ ਕੌਲਾਂ ਦੇ ਬਾਰੇ, ਕੌਲਾਂ ਭਗਤਨੀ, ਬੀਜਾ ਤੇ ਕੌਲਾਂ, ਇੱਕ ਪੁਰਾਣੀ ਲੋਕ ਗਾਥਾ ਸੁਣੋ ਤੇ ਕੱਲ ਮੁੜਦੇ ਆ। ਰੱਬ ਰੱਖ।